सत श्रीकाल मनसपाल जाली हमेशा की तरह एवरी ट्यूजडे 11 ਤੋਂ 12 द मोस्ट पॉपुलर शो डॉक्टर राजी के नाल बड़ी दुनिया वेट करती होंगी है। बड़ा अच्छा लगता है जो स्पैशली तुहानूं कॉल आते हैं कि जिन्हों का कुछ जो उन्होंने दवा वगैरह शुरू की डॉक्टर जी ने तंदुरुस्त हो गए ने। यू फील सो गुड कि जो भी काम कर रहे हैं किसी का बार भला हो रहा है। मैं बहुता टाइम ज़ाहिर नहीं करता, मैं डॉक्टर जी को इनवाइट करने तो पहला जरा टैलीफोन रिपीट कर देना जो स्क्रीन पर आ रहा है। प्लीज़ तुम हमेशा शो के दरम्यान कॉल करा करो। बेशक तुम डॉक्टर जी गल करनी या नहीं करनी वो थोड़ा कॉल जो तुम कॉल करते हो फिर तुहानूं नंबर देंगे। तुम डॉक्टर जी को कॉल करना मंडे वैनसडे फ्राइडे बिटवीन 10 and 11। सो हम डॉक्टर जी ने तुम कॉल करना सोनी कॉल सेंटर they'll give you a number तुसी उस नंबर से डॉक्टर जी ने कॉल करना है 012155111001। चलो असी डॉक्टर का स्वागत करते हैं अपना शो अगे लैके जाने। डॉक्टर जी वाजी का खालसा वाजी की फतेह। वाहिगुरू जी का खालसा वाहिगुरू जी फतेह। भाजी की हाजी थैंक यू बहुत ठीक है। तुहानूं पता कि तुहानूं देख के बंदा उदे तंदुरुस्त हो जाता फर्क पैंदा तुहानूं पता। मैं तुहानूं दसा जो भी तुम कितने होंगे बंद पता यार मेरे कुछ भी हो गया डॉक्टर मेरे कोल बैठा है तो आप रब च भी मानते हैं ठीक है जो होना होना। पर फिर एक डॉक्टर कोल होंगे नैक्सट हैल्प करने वाला बंदे की जान बचाने वाला। हाँ जी हौसला हो जाता हौसला हो जाता हौसला हो जाता गलबात करके। हाँ जी बस पर डॉक्टर साहब जो हुण पता लगता जो स्ट्रेन हुई है कोरोना वायरस की वेरी डेडली 70% वो चांसिस है इन्फेक्शन होने ਉਹਦੇ। दैट्स राइट भाजी। सो ये हैगी है थोड़ी जी ये ज़्यादा विरुलेंट है कहते भी ये ज़्यादा ईजली स्प्रैड होंगी है एक दूए दे नालों ज़्यादा ईजी लगती है। तो ਇਹਦਾ ਰੀਜ਼ਨ ਤਾਂ ਆਪਾਂ ਕਹਿ ਨਹੀਂ ਸਕਦੇ ਕੀ ਆ ਪਰ ਹੁਣ ਨਵਾਂ ਸਟ੍ਰੇਨ ਇਹਦੇ ਬਾਰੇ ਹੁਣ ਰਿਸਰਚ ਹੋ ਰਹੀ ਆ। ਪਰ ਭਾਜੀ ਇਹ ਸਿਰਫ ਯੂਕੇ 'ਚ ਹੋਈ ਹੈ ਵੱਡੀ ਗੱਲ ਸਾਰਿਆਂ ਨੂੰ ਸਾਰੀ ਦੁਨੀਆ ਛੱਡ ਕੇ ਇੰਨੀ ਐਡਵਾਂਸ ਕੰਟਰੀ ਤੁਸੀਂ ਵੈਸਟ ਵਿੱਚ ਤੁਸੀਂ ਕਹਿੰਦੇ ਹੋ ਇੰਨੀ ਹਰ ਚੀਜ਼ ਅੱਗੇ ਹੈਗੀ ਹੈ। ਇਹ ਬਿਮਾਰੀ ਇੱਥੇ ਆਈ ਹੈ ਸੁਣਨ 'ਚ ਆਇਆ ਕੀ ਸਹੀ ਕਿ ਨਹੀਂ ਹੈਗਾ ਕਿ ਜਦੋਂ ਪਹਿਲਾਂ ਦੇ ਵਿੱਚ ਲੋਕਡਾਊਨ ਅਸੀਂ ਦੇਰੀ ਕਰ ਦਿੱਤੀ ਇਹ ਕਰ ਦਿੱਤਾ ਉਹ ਕਰ ਦਿੱਤਾ ਈਟ ਆਊਟ ਦਾ ਖੋਲ੍ਹ ਦਿੱਤਾ ਹੁਣ ਕ੍ਰਿਸਮਸ ਦਾ ਖੋਲ੍ਹਣਾ ਸੀਗਾ ਮੇ ਬੀ ਐਸੇ ਕਰਕੇ ਬੰਦ ਕਰ ਰਹੇ ਨੇ ਕਿ ਸ਼ਾਇਦ ਗਵਰਨਮੈਂਟ ਫੀਲ ਕਰਦੀ ਹੋ ਕਿ ਅਸੀਂ ਗਲਤੀਆਂ ਕੀਤੀਆਂ ਸੀਗੀਆਂ। ਮੈਂ ਨਹੀਂ ਕਹਿੰਦਾ ਕਿ ਕੀਤੇ ਮੈਂ ਜਦੋਂ ਅਸਿਊਮ ਕਰ ਰਿਹਾ ਕਿ ਉਹਨਾਂ ਦੇ ਦਿਮਾਗ 'ਚ ਕੀ ਹੈਗਾ ਦੇ ਆਰ ਗੋਇੰਗ ਮੋਰ ਸਟ੍ਰਿਕਟਰ ਨਾਓ। ਅਤੇ ਡਾਕਟਰ ਸਾਹਿਬ ਜੇ ਹੁਣ ਅਸੀਂ ਟੀਅਰ 4 'ਚ ਹੈਗੇ ਹਾਂ ਲੇਕਿਨ ਇਹ ਵੀ ਕਿਹਾ ਜਾ ਰਿਹਾ ਅਸੀਂ ਸੁਣਦੇ ਨੇ ਲੋਕ ਬਿਲਕੁਲ ਧਿਆਨ ਨਹੀਂ ਦਿੰਦੇ ਗੱਲਾਂ ਦੇ ਵਿੱਚ ਟੀਅਰ 5 'ਚ ਵੀ ਜਾ ਸਕਦੇ ਨੇ ਜੇ ਇਹਦੇ 'ਚ ਕੋਈ ਸੁਧਾਰ ਨਾ ਹੋਇਆ। हाँ जी दैट्स राइट क्योंकि हुण सिचुएशन थोड़ी जी ज़्यादा सीरीयस हो चुकी है तो ये फिर उन्होंने एक्शन होर भी लेना पैंदा बिल्कुल बिल्कुल। तो पर गवर्नमेंट का इदा भी उन्होंने रिएक्शन होया प्रो एक्शन नहीं होया। हाँ जी जे वो थोड़े जे प्रोएक्टिव होंगे ना पहले ही वो कहते भी नहीं नैसेसरी स्टैप्स लेने पैने आ ਤਾਂ ਸ਼ਾਇਦ ਇੱਥੇ ਦੀ ਗੱਲ ਨਾ ਪਹੁੰਚਦੀ। ਪਰ ਡਾਕਟਰ ਸਾਹਿਬ ਬੜੀ ਨਾ ਇੱਕ ਤੁਸੀਂ ਡਿਸਕਸ ਕਰ ਸਕਦੇ ਹੋ ਇਟਸ ਨਾਟ ਐਨ ਆਰਗੂਮੈਂਟ ਕਿ ਉਹ ਕਈ ਦਫਾ ਦੇਖੋ ਜਿਹੜਾ ਬੰਦਾ ਬੈਠਾ ਹੁੰਦਾ ਹਰ ਬੰਦਾ ਤਾਂ ਸਹਿਮਤ ਨਹੀਂ ਹੋਏਗਾ ਜੋ ਓਪੋਜੀਸ਼ਨ ਪਾਰਟੀ ਉਹ ਤਾਂ ਉਹਨਾਂ ਦੀ ਬਲੇਮ ਕੱਢੇਗੀ। ਹੁਣ ਉਹਨਾਂ ਨੇ ਬਿਜ਼ਨਸ ਦਾ ਸੋਚਦੇ ਸੀਗੇ ਨੌਕਰੀਆਂ ਦਾ ਸੋਚਦੇ ਸੀਗੇ ਹਰ ਚੀਜ਼ਾਂ ਦਾ ਖਿਆਲ ਮੱਦੇਨਜ਼ਰ ਰੱਖ ਕੇ ਉਹਦੇ ਉੱਪਰ ਡਿਸਾਈਡ ਕਰਕੇ ਫਿਰ ਮੈਡੀਕਲ ਟੀਮ ਐਡਵਾਈਸ ਕਰਦਾ। ਇਹ ਕਿਹੜਾ ਇਕੱਲਾ ਪ੍ਰਾਈਮ ਮਿਨਿਸਟਰ ਹੈ ਜੋ ਇਕੱਲਾ ਬੈਠ ਕੇ ਡਿਸਾਈਡ ਕਰਦਾ ਲੇਕਿਨ ਜਦੋਂ ਗੋਲੀ ਚੱਲਣੀ ਉਹਦੇ ਉੱਪਰ ਇਕੱਲੇ ਦੇ ਵਿਚਾਰੇ ਦੇ ਉਹ ਚੱਲਣੀ ਤਾਂ ਉਹਦੇ ਕਰਕੇ ਉਹਦੀ ਰਿਸਪੌਂਸਿਬਿਲਿਟੀ ਹੈ ਫਾਈਨਲ ਆ ਨਾ। ਤੇ ਪਰ ਜਿੱਦਾਂ ਤੁਸੀਂ ਕਹਿੰਦੇ ਵੀ ਜਿੱਦਾਂ ਉਹਦੇ ਐਡਵਾਈਜ਼ਰਸ ਉਹਨੂੰ ਦੱਸਦੇ ਆ ਉਹਨੇ ਉਹੀ ਐਕਸ਼ਨ ਲੈਣਾ। ਬਿਲਕੁਲ ਪਲੀਜ਼ ਐਂਡ ਦੇ ਇੱਥੇ ਅਸੀਂ ਮੈਂ ਸਮਾਪਤੀ ਕਰਦਾ ਗੱਲ ਦੀ। ਕੋਰੋਨਾ ਦੀ ਬਿਮਾਰੀ ਇਸ ਸਟਿਲ ਆਊਟ ਦੇਅਰ ਇਨਫੈਕਟ ਵਰਸਟ ਵਨ ਇਜ਼ ਮੋਰ ਡੈਡਲੀ ਵਨ। ਤੁਸੀਂ ਜੇ ਪਹਿਲਾਂ ਥੋੜ੍ਹੇ ਬਹੁਤੇ ਬੰਦੇ ਨਾ ਨਿਗਲੈਕਟ ਕਰਨੇ ਸ਼ੁਰੂ ਹੋ ਗਏ ਸੀ ਇਹ ਤਾਂ ਡਰਾਮਾ ਇਹ ਤਾਂ ਕੀ ਹੈਗਾ ਕੁਝ ਨਹੀਂ ਹੈਗਾ। ਸਿੰਪਲ ਗੱਲ ਤੁਸੀਂ ਐਵਰੀ ਡੇ ਫਿਗਰ ਪੜ੍ਹ ਲਓ 2 ਫਿਗਰ ਪੜ੍ਹੋ ਇੱਕ ਬੰਦੇ ਕਿੰਨੇ ਮਰਦੇ ਨੇ 24 ਘੰਟੇ ਦੇ ਵਿੱਚ ਤੇ ਕਿੰਨੇ ਨਵੇਂ ਕੇਸਿਸ ਆਉਂਦੇ ਨੇ 15-16 ਹਜ਼ਾਰ ਨਵੇਂ ਕੇਸਿਸ ਆਉਂਦੇ ਨੇ 400-500 ਬੰਦਾ 24 ਘੰਟੇ 'ਚ ਮਰਦਾ। ਹਾਂਜੀ ਦੈਟਸ ਰਾਈਟ। ਪਰ ਤੁਸੀਂ ਇੱਦਾਂ ਡਰੋ ਨਾ ਡਰਨੇ ਦੀ ਲੋੜ ਨਹੀਂ। ਜੇ ਤੁਸੀਂ ਡਰ ਵਿੱਚ ਪੈ ਗਏ ਹੈ ਨਾ ਫਿਰ ਤੁਹਾਡੇ ਇਮਿਊਨ ਸਿਸਟਮ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਹੈ ਅਤੇ ਫਿਰ ਤੁਹਾਡਾ ਇਨਫੈਕਸ਼ਨ ਹੋਣ ਦਾ ਚਾਂਸ ਵੱਧ ਜਾਂਦਾ ਹੈ। ਪਰ ਤੁਸੀਂ ਪ੍ਰੀਕੋਸ਼ਨ ਲਓ ਹਾਂਜੀ ਜਦੋਂ ਵੀ ਬਾਹਰ ਜਾਣਾ ਅਤੇ ਮੂੰਹ 'ਤੇ ਬੰਨ੍ਹ ਕੇ ਜਾਓ ਹਾਂਜੀ। ਅਤੇ ਜੇ ਤੁਸੀਂ ਹੈਂਡਲ ਕਰਨੀਆਂ ਚੀਜ਼ਾਂ ਦੁਕਾਨਾਂ ਵਿੱਚ ਤਾਂ ਗਲਵ ਪਾ ਲਓ ਅਤੇ ਆ ਕੇ ਤੁਸੀਂ ਆਪਣਾ ਹੱਥ ਮੂੰਹ ਧੋ ਲਓ ਅਤੇ ਯੂ ਵਿਲ ਬੀ ਫਾਈਨ। ਹੁਣ ਜਿਹੜਾ ਨਵਾਂ ਰੂਲ ਨਿਕਲਿਆ ਜਿਹੜਾ ਤੁਸੀਂ ਆਪਣਾ ਮਾਸਕ ਪਾਉਣਾ ਡਿਸਟੈਂਸ ਰੱਖਣਾ ਸੈਨੀਟਾਈਜ਼ਰ ਯੂਜ਼ ਕਰਨਾ ਔਰ ਤੁਸੀਂ ਸਿਰਫ ਇੱਕ ਬੰਦੇ ਨੂੰ ਬਾਹਰ ਮਿਲ ਸਕਦੇ ਹੈਗੇ ਹੋ। ਮੈਂ ਰੀਅਲੀ ਲਾਈਕ ਟੂ ਸੀ ਜੇ ਤੁਸੀਂ ਬਾਹਰ ਤੁਰੋ ਫਿਰੋ ਤੁਸੀਂ ਦੇਖੋ ਉਹ ਬਿਲਕੁਲ ਅਸੀਂ ਨਹੀਂ ਕਰਦੇ ਪਏ 3-4 ਜਣਾਂ ਦਾ ਗਰੁੱਪ ਹੈਗਾ ਉਹਨਾਂ ਨੇ ਕਿਹਾ ਤੁਸੀਂ ਮੈਕਸਿਮਮ ਇੱਕ ਬੰਦਾ ਮਿਲ ਸਕਦੇ ਹੋ ਬਾਹਰ ਤੁਸੀਂ ਬਾਹਰ ਉਹ ਵੀ ਬਾਹਰ। ਹਾਂਜੀ
ਹੁਣ ਮੈਂ ਤੁਰ ਕੇ ਆਇਆ ਬਾਹਰ ਤੇ ਮੈਂ ਦੇਖਿਆ ਲੋਕੀ 3-3 4-4 ਇਕੱਠੇ ਜਾ ਰਹੇ ਨੇ ਨਾ, ਗੱਲਾਂ ਕਰੀ ਜਾਂਦੇ ਆ। ਸੋ ਇਸੇ ਕਰਕੇ ਸਪਰੈਡ ਹੋ ਰਿਹਾ ਕਰਕੇ ਆਪਾਂ ਪ੍ਰੀਕਾਸ਼ਨ ਨਹੀਂ ਲੈਂਦੇ ਹੈਗੇ। ਯਾਰ ਪਤਾ ਨਹੀਂ ਕਿੱਦਾਂ ਸਮਝਾਵਾਂ, ਜਿਵੇਂ ਬੜੀ ਵਰਿੰਗ ਗੱਲ, ਇੱਕ ਪਾਸੇ ਅਸੀਂ ਕਹਿੰਦੇ ਵਰੀ ਨਾ ਕਰੋ, ਪਰ ਐਟ ਦਾ ਸੇਮ ਟਾਈਮ ਕਹਿੰਦਾ ਵਰੀ ਵਾਲੀ ਗੱਲ ਹੈ, ਥੋੜ੍ਹਾ ਖਿਆਲ ਰੱਖੋ। 70% ਚਾਂਸਿਸ ਜਾਂ ਨਵੀਂ ਬਿਮਾਰੀ ਬੰਦੇ ਨੂੰ ਲੱਗ ਸਕਦੀ ਹੈ। ਅਗਰ ਹੁਣ ਤੱਕ ਅਸੀਂ ਬਚਦੇ ਆਏ ਨਾ, ਪਲੀਜ਼ ਥੋੜ੍ਹਾ ਬਹੁਤਾ ਹੁਣ ਖਿਆਲ ਰੱਖੋ। ਵੀਕਾਂ 2-3 ਵੀਕਾਂ ਦੀ ਗੱਲ ਹੈਗੀ ਹੈ, ਜਦੋਂ ਅਸੀਂ ਟੇਰ ਥੱਲੇ ਚਲੇ ਜਾਏਗਾ ਫਿਰ ਉਹਦੇ ਦੇਖ ਤੋਂ ਉਹਦੇ ਮੁਤਾਬਿਕ ਅਸੀਂ ਬਿਹੇਵ ਕਰਾਂਗੇ। ਹਾਂਜੀ ਦੈਟਸ ਰਾਈਟ, ਫਿਰ ਆਪੇ ਰਿਲੈਕਸੇਸ਼ਨ ਹੋ ਡਾਕਟਰ ਜੀ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ, ਅੱਜ ਕੱਲ੍ਹ ਮੁੱਦੇ ਤੇ ਆਪਾਂ ਪਹਿਲਾਂ ਕਾਲ ਲੈ ਲਈਏ ਸੀ। ਠੀਕ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਬਾਰਕਿੰਗ ਤੋਂ ਸਰਬਜੀਤ ਬੋਲਦੀ ਹਾਂ। ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਤੁਹਾਨੂੰ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਇਹਨਾਂ ਨੂੰ ਪੁੱਛਣਾ ਸੀ ਕਿ ਮੈਨੂੰ ਮੈਂ ਡਾਇਬੈਟਿਕ ਵੀ ਹਾਂ ਤਾਂ ਮੈਨੂੰ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ ਭੈਣ ਜੀ, ਤੇ ਤੁਹਾਡੇ ਐਸਿਡ ਵੀ ਬਣਦੀ ਪੇਟ ਵਿੱਚ, ਜ਼ਿਆਦਾ ਜਲਨ ਵੀ ਹੁੰਦੀ ਆ? ਇਹ ਜਲਨ ਜਿੱਦਾਂ ਨਾ ਇੱਥੇ ਦਿਲ ਦੇ ਉੱਤੇ, ਫਿਰ ਦਿਲ ਥੱਲੇ ਨੂੰ ਬਹੁਤ ਜਾਂਦਾ, ਤਾਂ ਸਵੇਰ ਨੂੰ ਫਿਰ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਅਵੱਤ ਜਿਹਾ ਆਉਂਦੇ, ਪਰ ਉਲਟੀ ਆਉਂਦੀ ਨਹੀਂ। ਫਿਰ ਮੇਰਾ ਬਹੁਤ ਜ਼ਿਆਦਾ ਹੋਰ ਇਸ ਤਰ੍ਹਾਂ ਫਿਰ ਜਿੱਦਾਂ ਦਿਲ ਥੱਲੇ ਨੂੰ ਜਾਈ ਜਾਂਦਾ ਰਹਿੰਦਾ। ਫਿਰ ਟੋਲਟ ਵੀ ਕਈ ਵਾਰੀ ਬਹੁਤ ਆ ਰਹੀ, ਕਈ ਵਾਰੀ ਦਿਹਾੜੀ ਦੀ 3-3 4-4 ਵਾਰੀ ਫਿਰ ਟੋਲਟ ਵੀ ਆਉਂਦੀ ਹੈ। ਹਾਂਜੀ ਭੈਣ ਜੀ, ਸੋ ਇਹ ਹੋ ਸਕਦਾ ਅਸੀਂ ਇਸੇ ਮੁੱਦੇ ਤੇ ਗੱਲ ਕਰਨੀ ਅੱਜ, ਇਰੀਟੇਬਲ ਬਾਊਲ ਲਈ। ਅੱਛਾ, ਉਹਦੇ ਤੇ ਗੱਲ ਕਰ ਰਹੇ ਹੋ? ਕੀ ਬਾਤ ਹੈ, ਕੀ ਬਾਤ ਹੈ। ਤੇ ਤੁਸੀਂ ਸੁਣਦੇ ਰਹੋ। ਤੇ ਜੇ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ, ਮੈਂ ਤੁਹਾਨੂੰ ਉੱਥੇ ਫੋਨ ਕਰ ਲਵਾਂ। ਹਾਂਜੀ, ਨੰਬਰ ਤੁਹਾਨੂੰ ਮਿਲ ਜਾਏਗਾ। ਠੀਕ ਹੈ, ਤੁਹਾਨੂੰ ਭੈਣ ਜੀ ਨੰਬਰ ਦਿੱਤਾ ਜਾਏਗਾ ਸਾਡੇ ਕਾਲ ਸੈਂਟਰ ਕੋਲੋਂ। ਮੈਂ ਪਹਿਲੇ ਵੀ ਸ਼ੋਅ ਦੇ ਸਟਾਰਟ ਦੇ ਵਿੱਚ ਮੈਂ ਰਿਪੀਟ ਕੀਤਾ ਸੀਗਾ, ਫਿਰ ਰਿਪੀਟ ਕਰ ਦਿੰਦਾ। ਐਵਰੀ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਜੋ ਤੁਹਾਨੂੰ ਨੰਬਰ ਦਿੱਤਾ ਗਿਆ, ਉਸ ਨੰਬਰ ਤੇ ਤੁਸੀਂ ਡਾਕਟਰ ਜੀ ਨੂੰ ਕਾਲ ਕਰਨਾ। ਡਾਕਟਰ ਜੀ ਦੀ ਕਾਲ ਕਰਨਗੇ, ਤੁਹਾਡੀ ਜ਼ਿੰਮੇਵਾਰੀ ਉਹਨਾਂ ਨੂੰ ਕਾਲ ਕਰਨਾ। ਬਹੁਤ ਚੰਗਾ ਲੱਗਿਆ ਤੁਸੀਂ ਕਾਲ ਕੀਤਾ, ਥੈਂਕ ਯੂ ਜੀ। ਜੀ ਡਾਕਟਰ ਸਾਹਿਬ, ਅੱਜ ਕਿਹੜੇ ਮੁੱਦੇ ਤੇ ਗੱਲ ਕਰ ਰਹੇ? ਹਾਂਜੀ, ਸੋ ਅੱਜ ਹੈਗਾ ਬਾਉਲ ਪ੍ਰੋਬਲਮਸ। ਬਾਉਲ ਪ੍ਰੋਬਲਮ। ਹਾਂਜੀ, ਤੇ ਇਹ ਦੇਖੋ ਤੁਸੀਂ ਉਹਦੇ ਗੱਲ ਕਰਨੀ ਹੈ ਤੇ ਉਹਦੇ ਕਾਲ ਵੀ ਉਹਦੇ ਆ ਗਿਆ, ਉਦਾਂ ਦਾ ਹੀ ਆ ਗਿਆ। ਹਾਂਜੀ, ਇਹ ਮੈਂ ਤੁਹਾਨੂੰ ਦੱਸ ਦਿੱਤਾ। ਮੈਂ ਓਨੈਸਟਲੀ, ਮੈਨੂੰ ਟਰਸਟ ਕਰੋ, ਇਹ ਕੋਈ ਪਲਾਨ ਨਹੀਂ ਸੀਗਾ। ਦੇਖੋ ਕਿਸਮਤ ਕਿੱਦਾਂ ਕੰਮ ਕਰਦੀ ਹੈ। ਐਗਜ਼ੈਕਟਲੀ, ਕਈ ਵਾਰੀ ਇਦਾਂ ਕੋਇਨਸੀਡੈਂਸ ਹੋ ਜਾਂਦਾ। ਨੋ, ਵੈਰੀ ਨਾਈਸ, ਬਹੁਤ ਅੱਛਾ। ਹਾਂਜੀ, ਮੈਂ ਗੱਲ ਖਤਮ ਕੀਤੀ, ਤੁਹਾਨੂੰ ਪੁੱਛਣਾ ਸੀ ਕਿਹੜੇ ਮੁੱਦੇ ਤੇ ਆਪਾਂ ਪਹਿਲਾਂ ਕਾਲ ਲੈ ਲਿਆ, ਤੇ ਉਹੀ ਕਾਲ ਦੇਖੋ ਤੁਸੀਂ ਕੀ ਬਾਤ। ਦੈਟਸ ਰਾਈਟ। ਹਾਂਜੀ, ਸੋ ਬਾਉਲ ਪ੍ਰੋਬਲਮਸ ਤੇ ਕਰਾਂਗੇ, ਤੇ ਆਪਾਂ ਕੋ ਛੋਟਾ ਜਿਹਾ ਵੀਡੀਓ ਹੈਗਾ, ਤੇ ਆਪਾਂ ਉਹ ਜੇ ਦਿਖਾ ਦਈਏ ਤੇ ਫਿਰ ਉਹਦੇ ਬਾਰੇ। ਬਿਲਕੁਲ ਬਿਲਕੁਲ, ਮੈਂ ਸੁਖਦੇਵ ਨੂੰ ਕਹਾਂ ਦਿਖਾ ਰਿਹਾ। ਆਪਾਂ ਦੇਖੀਏ, ਇਹ ਔਰਗਨਸ ਹੈਗੇ ਆ ਇੰਟਰਨਲ, ਜਿਹੜੇ ਖੁਰਾਕ ਨੂੰ ਹਜ਼ਮ ਕਰਦੇ ਆ, ਡਾਈਜੈਸਟਿਵ ਸਿਸਟਮ ਇਹਨੂੰ ਕਿਹਾ ਜਾਂਦਾ। ਸੋ ਇੱਥੇ ਖਾਣਾ ਤੁਸੀਂ ਖਾਂਦੇ ਆ ਤੇ ਇਹ ਸਟਮਕ ਦੇ ਵਿੱਚ ਆਉਂਦਾ ਹੈ, ਜਿੱਥੇ ਐਨ ਘੁਲ ਜਾਂਦਾ ਹੈ, ਤੇ ਜਦੋਂ ਘੁਲ ਜਾਂਦਾ ਫਿਰ ਸਟਮਕ ਰਿਲੀਜ਼ ਕਰ ਦਿੰਦਾ ਇੱਥੇ ਸਮੋਲ ਇੰਟੈਸਟਿਨ ਵਿੱਚ, ਤੇ ਇਹ ਸਾਰੀ ਸਮੋਲ ਇੰਟੈਸਟਾਈਨਸ ਆ ਫੋਲਡ ਅਪ ਕੀਤੀਆਂ, ਤੇ ਇੱਥੇ ਖੁਰਾਕ ਜਿਹੜੀ ਹੈ ਸਾਰੀ ਹਜ਼ਮ ਹੁੰਦੀ ਹੈ, ਤੇ ਖੂਨ ਜਿਹੜੇ ਨਿਊਟ੍ਰੀਐਂਟਸ ਸਾਰੇ ਖੂਨ ਚੁੱਕ ਸਕਦਾ ਹੈ ਤੇ ਬਾਕੀ ਦੀ ਬੋਡੀ ਨੂੰ ਪਹੁੰਚਾਉਂਦਾ ਹੈ। ਤੇ ਇੱਥੇ ਸਮੋਲ ਇੰਟੈਸਟਾਈਨ ਫਿਨਿਸ਼ ਹੋ ਜਾਂਦੀ ਹੈ ਤੇ ਇਹ ਲਾਰਜ ਇੰਟੈਸਟਾਈਨ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜਾ ਸਾਰਾ ਵੇਸਟ ਪ੍ਰੋਡਕਟਸ ਆ ਉਹ ਲਾਰਜ ਇੰਟੈਸਟਾਈਨਸ ਦੇ ਥਰੂ ਜਾ ਕੇ ਤੇ ਐਕਸਪੈਲ ਹੁੰਦਾ ਹੈ, ਤੇ ਇੱਥੇ ਕਈ ਬਿਮਾਰੀਆਂ ਸ਼ੁਰੂ ਹੋ ਸਕਦੀਆਂ। ਤੇ ਜਿਹੜੀ ਸਮੋਲ ਇੰਟੈਸਟਾਈਨ ਆ, ਕਈ ਵਾਰੀ ਇਹ ਕਣਕ ਨੂੰ ਸੈਂਸਿਟਿਵ ਹੋ ਜਾਂਦੀ ਆ। ਸੋ ਜਦੋਂ ਕਣਕ ਨੂੰ ਸੈਂਸਿਟਿਵ ਹੋ ਜਾਂਦੀ ਹੈ ਤੇ ਫਿਰ ਖੁਰਾਕ ਜਿਹੜੀ ਉਹ ਹਜ਼ਮ ਨਹੀਂ ਹੁੰਦੀ ਤੇ ਖੂਨ ਚੁੱਕ ਨਹੀਂ ਸਕਦਾ ਨਿਊਟ੍ਰੀਐਂਟਸ ਨੂੰ, ਤੇ ਇੱਥੇ ਸਮੋਲ ਇੰਟੈਸਟਿਨ ਦੇ ਵਿੱਚ ਇੱਥੇ ਸੋਜ ਪੈ ਜਾਂਦੀ ਹੈ ਗਲੂਟਨ ਕਰਕੇ, ਜਿਹੜੀ ਕਣਕ ਵਿੱਚ ਹੁੰਦੀ ਪ੍ਰੋਟੀਨ, ਤੇ ਉਹ ਫਿਰ ਇੱਥੇ ਸੋਜ ਪੈ ਜਾਂਦੀ ਤੇ ਖੁਰਾਕ ਖੂਨ ਨਹੀਂ ਚੱਕ ਸਕਦਾ। ਤੇ ਇਹ ਜਿਹੜਾ ਲਾਰਜ ਇੰਟੈਸਟਿਨ ਆ, ਇਹਦੇ ਵਿੱਚ ਵੀ ਸੋਜ ਪੈ ਸਕਦੀ ਆ, ਤੇ ਇਹਨੂੰ ਫਿਰ ਕੋਲਾਈਟਿਸ ਕਹਿੰਦੇ ਆ। ਤੇ ਜੇ ਇੱਥੇ ਬਲੀਡਿੰਗ ਹੋਣ ਲੱਗ ਪਵੇ, ਅਲਸਰੇਟਿਵ ਕੋਲਾਈਟਿਸ ਕਹਿੰਦੇ ਆ, ਛਾਲੇ ਪੈ ਜਾਂਦੇ ਅੰਦਰ, ਤੇ ਇਹਦੇ ਨਾਲ ਬਲੀਡਿੰਗ ਹੋ ਸਕਦੀ ਹੈ ਤੇ ਲੂਸ ਮੋਸ਼ਨਸ ਹੁੰਦੇ ਆ, ਤੇ ਇੱਦਾਂ ਦੀਆਂ ਕਈ ਬਿਮਾਰੀਆਂ ਇੱਥੇ ਹੋ ਸਕਦੀਆਂ, ਤੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਜੀ ਡਾਇਗਨੋਸ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਸਮੋਲ ਇੰਟੈਸਟਾਈਨਸ, ਲਾਰਜ ਇੰਟੈਸਟਾਈਨਸ, ਲਿਵਰ ਵਗੈਰਾ, ਸਟੋਮਿਕ ਵਗੈਰਾ, ਕਿੱਦਾਂ ਟਿਕਾਣੇ ਤੇ ਬਿਠਾ ਕੇ ਰੱਖਿਆ ਸਾਰਾ ਕੁਝ? ਦੇਖੋ ਜੀ, ਹੈ ਛੋਟੇ ਜਿਹੇ ਥਾਂ ਵਿੱਚ ਸਾਲ ਦੇ ਵਿੱਚ ਕਿੰਨੇ ਆਰਗਨ ਸੈੱਟ ਕੀਤੇ ਆ ਰੱਬ ਨੇ। ਹਾਂ, ਕਮਾਲ ਦੀ ਗੱਲ ਹੈ ਰੀਅਲੀ। ਤੁਸੀਂ ਜਿਹੜੇ ਡਾਇਗਰਾਮ ਦਿਖਾਉਂਦੇ, ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ। ਸਾਨੂੰ ਪਤਾ ਸਾਡੇ ਸਿਸਟਮ ਕੀ ਹੈਗਾ ਅੰਦਰ, ਲੇਕਿਨ ਪਤਾ ਨਹੀਂ ਕਿ ਕਿੱਦਾਂ ਕਿੱਸਾ ਉਹਨਾਂ ਨੂੰ ਰੱਖਿਆ ਹੋਇਆ, ਫਿੱਟ ਕੀਤਾ ਹੈ। ਹਾਂਜੀ, ਕਿੱਦਾਂ ਫਿੱਟ ਕੀਤਾ ਹੈ। ਸੋ ਜੇ ਤੁਸੀਂ ਇੰਟੈਸਟਿਨਸ ਉਹਨਾਂ ਨੂੰ ਦੇਖੋ ਨਾ, ਕਿੰਨੀਆਂ ਲੰਮੀਆਂ ਆ, ਉਹਨਾਂ ਨੂੰ ਡਰਾ ਆਊਟ ਕਰੋ,
25-26 ਫੁੱਟ ਲੰਮੀ ਹੈ ਜੀ ਇੰਡਸਟਰੀ 25-26 ਫੁੱਟ ਭਾਜੀ ਕਹਿਣ ਵਾਲੀ ਗੱਲ ਹੈ 25-26 ਫੁੱਟ That's right. ਜਿਹੜੇ ਤੁਸੀਂ ਕਮਰੇ ਬੈਡਰੂਮ ਚ ਹੁੰਦੇ ਹੋ 10 ਫੁੱਟ ਦਾ ਹੁੰਦਾ Yeah, yeah. ਉਹ ਦੁਗਣਾ ਹੁੰਦਾ ਤੁਸੀਂ ਦੇਖੋ ਕਿੱਦਾਂ ਇਕੱਠਾ ਕਰਕੇ That's right. ਭਾਜੀ ਦੇਖੋ ਇਹ ਬੜੀ ਕਮਾਲ ਦੀ ਗੱਲ ਹੈ ਹੁਣ ਡਾਈਜੈਸਟਿਵ ਸਿਸਟਮ ਜਿਹੜਾ ਹੈਗਾ ਥੋੜੀ ਬਿਮਾਰੀਆਂ ਵੀ ਤਾਂ ਇੱਥੇ ਸਾਰੀਆਂ ਡਿਪੈਂਡ ਕਰਦੀਆਂ ਹਾਂਜੀ ਜੇ ਤੁਹਾਡਾ ਬੋਨ ਸਿਸਟਮ ਠੀਕ ਨਹੀਂ ਹੈਗਾ ਐਗਜ਼ੈਕਟਲੀ ਹਾਂ ਕਈ ਵਾਰੀ ਕਹਿੰਦੇ ਆ ਭਈ ਇਹੀ ਸਾਰੀ ਬਿਮਾਰੀ ਦੀ ਮਾਂ ਆ ਇਹ। ਮਾਂ ਹੈ, ਬਿਲਕੁਲ ਜੜ ਹੈਗੀ ਹੈ, Digestive ਬਿਲਕੁਲ। system ਜਿਹੜੇ ਇੱਥੋਂ ਸਭ ਕੁਝ ਸ਼ੁਰੂ ਹੁੰਦਾ ਹੈ ਤੇ ਹੁਣ ਤਾਂ ਇਦਾਂ ਵੀ ਹੈਗਾ ਵੀ ਕਹਿੰਦੇ ਗਟ ਬ੍ਰੇਨ ਕਨੈਕਸ਼ਨ ਵੀ ਹੈਗਾ ਆ ਵੀ ਜਿਹੜੀਆਂ ਅੰਦਰਾਂ ਆ ਉਹ ਤੁਹਾਡੇ ਬ੍ਰੇਨ ਨਾਲ ਕਨੈਕਟਡ ਆ ਤੇ ਕਈ ਜਿਹੜੇ ਬੈਕਟੀਰੀਆ ਤੁਹਾਡੇ ਇੰਟੈਸਟਾਈਨਸ ਵਿੱਚ ਰਹਿੰਦੇ ਆ ਤੇ ਉਹ ਤੁਹਾਡਾ ਬਿਹੇਵੀਅਰ ਵੀ ਕਹਿੰਦੇ ਇਨਫਲੂਐਂਸ ਕਰਦੇ ਆ ਹਾਂਜੀ ਜੇ ਉਹ ਟੋਟਲ ਬੈਕਟੀਰੀਆ ਨੂੰ ਉਹਨੂੰ ਤੋਲ ਕੇ ਦੇਖੋ ਕਹਿੰਦੇ 1 ਕਿਲੋ ਹੋਣਗੇ ਐਂਡ ਡਿਫਰੈਂਟ ਸਟ੍ਰੇਨਸ ਕਈ ਡਿਫਰੈਂਟ ਸਟ੍ਰੇਨਸ ਆ ਤੇ ਕਈ ਹੈਗੇ ਆ ਤੁਹਾਡੇ ਬਿਹਤਰ ਲਈ ਆ ਕਈ ਹੈਗੇ ਆ ਉਹ ਡੇਂਜਰਸ ਵੀ ਹੁੰਦੇ ਆ ਤੇ ਜਿਹੜੇ ਤਾਂ ਗੁੱਡ ਬੈਕਟੀਰੀਆ ਗਿਣੇ ਜਾਂਦੇ ਆ ਉਹ ਬੈਡ ਬੈਕਟੀਰੀਆ ਨੂੰ ਕੰਟਰੋਲ ਕਰਕੇ ਰੱਖਦੇ ਵੀ ਵਧਣ ਨਾ ਜਦੋਂ ਤੁਸੀਂ ਐਂਟੀਬਾਇਓਟਿਕ ਖਾਂਦੇ ਆ ਜਾਂ ਕੋਈ ਹੋਰ ਦਵਾਈਆਂ ਖਾਂਦੇ ਹੋ ਉਹ ਕਈ ਵਾਰੀ ਗੁੱਡ ਬੈਕਟੀਰੀਆ ਨੂੰ ਵੀ ਮਾਰ ਦਿੰਦੇ ਆ ਇਸ ਕਰਕੇ ਫਿਰ ਤੁਹਾਨੂੰ ਲੂਸ ਮੋਸ਼ਨਸ ਹੋ ਜਾਂਦੇ ਆ ਕਿਉਂਕਿ ਜਿਹੜੇ ਬੈਡ ਬੈਕਟੀਰੀਆ ਉਹ ਹੋਰ ਪਲ ਜਾਂਦੇ ਆ ਸੋ ਭਾਜੀ ਮੇਰੇ ਦਿਮਾਗ 'ਚ ਗੱਲ ਆਉਂਦੀ ਤੁਸੀਂ ਕਹਿਣਾ ਬੜੀ ਫਨੀ ਗੱਲ ਕਰਦਾ ਹੈ ਜਦੋਂ ਕਾਰ ਮੈਨੂਫੈਕਚਰ ਹੁੰਦੇ ਆ ਕਈ ਦਫਾ ਫੈਕਟਰੀ ਵਿੱਚ ਉਹਦੇ 'ਚ ਫਾਲਟ ਹੋ ਜਾਂਦੀ ਹੈ ਫਿਰ ਉਹ ਕਾਰਾਂ ਨੂੰ ਰਿਕਾਲ ਕਰਦੇ ਨੇ ਲੱਖਾਂ ਦੇ ਹਿਸਾਬ ਦੇ ਨਾਲ ਕਿ ਕਾਲ ਕਰਦੇ ਨੇ ਇਹ ਰੱਬ ਨੇ ਬਣਾਈ ਹੈ ਇਹਦਾ ਰਿਕਾਲ ਨਹੀਂ ਹੁੰਦਾ ਤੁਸੀਂ ਦੇਖ ਲਓ ਇੱਕ ਅੱਧਾ ਬੰਦੇ ਦਾ ਕਿਸੇ ਦਾ ਮਾੜੀ ਕਿਸਮਤ ਚਲੋ ਕੁਝ ਹੋ ਜਾਂਦਾ ਹੈ ਲੇਕਿਨ ਇਹਦਾ ਰਿਕਾਲ ਸਿਸਟਮ ਨਹੀਂ ਹੈਗਾ ਆਪਾਂ ਜ਼ਰਾ ਕਾਲ ਲੈ ਲੈਂਦੇ ਫਿਰ ਗੱਲ ਕਰਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਜੀ ਮੈਂ ਸੁਦਰਸ਼ਨ ਸਿੰਘ ਗਿੱਲ ਲਿਮਿਟ ਸਪਾ ਤੋਂ ਬੋਲਦਾ ਜੀ ਕੀ ਬਾਤ ਹੈ ਭਾਜੀ ਕੀ ਪੁੱਛਣਾ ਚਾਹੁੰਦੇ ਡਾਕਟਰ ਜੀ ਤੁਹਾਨੂੰ ਸੁਣ ਰਹੇ ਨੇ ਮੈਂ ਪੋਲ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਅਕਾਲ ਚੈਨਲ ਤੇ ਸੇਵਾ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਤੇ ਨਾਲੇ ਮੈਂ ਲੱਤਾਂ ਦੀ ਸੀਗੀ ਮੈਨੂੰ ਪ੍ਰੋਬਲਮ ਸਰਕੂਲੇਸ਼ਨ ਦੀ ਹਾਂ ਤੇ ਮੈਨੂੰ ਲੱਤਾਂ ਨੂੰ ਫਰਕ ਪੈ ਗਿਆ ਜੀ ਅੱਛਾ ਤੁਸੀਂ ਡਾਕਟਰ ਦੀ ਦਵਾ ਖਾਂਦੇ ਹੋ ਹਾਂਜੀ ਦਵਾ ਮੈਂ ਖਾਧੀ ਹੈ ਡਾਕਟਰ ਸਾਹਿਬ ਹੁਣਾਂ ਤੋਂ ਜੀ ਇਹਨਾਂ ਤੋਂ ਹਾਂ ਦੂਸਰਾ ਮਹੀਨਾ ਜਾਂਦਾ ਓ ਵੈਰੀ ਨਾਈਸ ਵੈਰੀ ਨਾਈਸ ਹਾਂਜੀ ਨਾਲੇ ਪੋਲ ਜੀ ਮੈਂ ਅਸੀਂ ਅਕਾਲ ਚੈਨਲ ਦੀ ਸੇਵਾ ਕਰਦੇ ਰਹਿੰਦੇ ਆ ਹਾਂਜੀ ਤੇ ਕਰਦੇ ਵੀ ਰਹਾਂਗੇ ਭਾਵੇਂ ਸਾਡੀ ਕੁੱਲੀ ਤੇ ਕੱਖ ਨਾ ਰਹੇ ਅਸੀਂ ਸੇਵਾ ਕਰਦੇ ਰਹਾਂਗੇ ਕੀ ਬਾਤ ਹੈ ਭਾਜੀ ਨਹੀਂ ਅਸੀਂ ਸ਼ੋਅ ਤਾਂ ਹੀ ਕਰਦੇ ਹਾਂ ਕਿਉਂਕਿ ਤੁਸੀਂ ਸਾਡੀ ਸੇਵਾ ਅਸੀਂ ਸਾਡਾ ਵੀ ਫਰਜ਼ ਬਣਦਾ ਕਿ ਤੁਹਾਡੀ ਵੀ ਅਸੀਂ ਸੇਵਾ ਕਰੀਏ ਹਾਂਜੀ ਹੋਰ ਡਾਕਟਰ ਸਾਹਿਬ ਹੁਣਾਂ ਨੂੰ ਮੈਂ ਹੈਲੋ ਕਰ ਦਿੰਦਾ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਮੈਂ ਤੁਹਾਡੇ ਦਵਾ ਖਾਧੀ ਆ ਉਹਨਾਂ ਮੈਨੂੰ ਫਰਕ ਪੈ ਗਿਆ ਜੀ ਮੇਰੇ ਸਰਕੂਲੇਸ਼ਨ ਦੀ ਜਿਹੜੀ ਪ੍ਰੋਬਲਮ ਸੀ ਹਾਂਜੀ ਬਹੁਤ ਬਹੁਤ ਵਧੀਆ ਭਾਜੀ ਥੈਂਕ ਯੂ ਹਾਂਜੀ ਮੈਨੂੰ ਸੌਣ ਨੂੰ ਬੜੀ ਪ੍ਰੋਬਲਮ ਸੀਗੀ ਹਾਂਜੀ ਮੇਰੇ ਖਿਆਲ ਤੁਸੀਂ ਬਹੁਤਾ ਤੁਰ ਫਿਰ ਸਕਦੇ ਹੀ ਨਹੀਂ ਸੀਗੇ ਹਾਂਜੀ ਮੈਨੂੰ ਤਾਂ ਬਹੁਤ ਫਸਗਾ ਮੇਰੇ ਤੇ ਤਾਂ ਤੁਰ ਨਹੀਂ ਹੁੰਦਾ ਹੁਣ ਡਾਕਟਰ ਸਾਹਿਬ ਮੈਨੂੰ ਕਈ ਵਾਰ ਏਦਾਂ ਚਿੱਤ ਕਰਦਾ ਬਈ ਛਾਲ ਮਾਰ ਕੇ ਨਹਿਰ ਟੱਪ ਜਾਵਾਂ ਭਾਜੀ ਗਿੱਲ ਸਾਹਿਬ ਮੈਨੂੰ ਇੱਕ ਹੋਰ ਦੱਸੋ ਥੋੜੀ ਇਹਨਾਂ ਨੂੰ ਆਵਾਜ਼ ਲਈ ਵੀ ਕੋਈ ਦਵਾ ਦਿੱਤੀ ਹੈ ਤੁਹਾਨੂੰ ਬੜਾ ਦਮ ਹੈ ਤੁਹਾਡੀ ਆਵਾਜ਼ ਦੇ ਵਿੱਚ ਹਾਂਜੀ ਨਾ ਜੀ ਮੈਂ ਬਿਲਕੁਲ ਠੀਕ ਹੋ ਗਿਆ ਜੀ ਬਹੁਤ ਵਧੀਆ ਹੁਣ ਤਾਂ ਬਹਿ ਜਾ ਪਤਾ ਲੱਗਦਾ ਬਿਲਕੁਲ ਰੱਬ ਅਰਦਾਸ ਕਰਦੇ ਤੁਸੀਂ ਏਦਾਂ ਰਹੋ ਉਹ ਤੁਹਾਡੇ ਨਾਲ ਗੱਲ ਕਰਕੇ ਨਾ ਬੰਦਾ ਖੁਸ਼ ਬੰਦੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਦਾ ਹੈ ਬਹੁਤ ਵਧੀਆ ਜੀ ਪੋਲ ਜੀ ਬਹੁਤ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜਾ ਸ਼ੋਅ ਲੈ ਕੇ ਆਉਣੇ ਕਰਕੇ ਬੜਾ ਧੰਨਵਾਦ ਜੀ ਤੁਹਾਡਾ ਵੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਥੈਂਕ ਯੂ ਹਾਂਜੀ ਬਹੁਤ ਥੈਂਕ ਯੂ ਜੀ ਹੈ ਥੈਂਕ ਯੂ ਭਾਜੀ ਥੈਂਕ ਯੂ ਅਸੀਂ ਨਾ ਮੁੱਦੇ ਤੇ ਗੱਲ ਕਰਦੇ ਦੇਖੋ ਇੱਕ ਮੈਂ ਨਾ ਵਾਪਸ ਮੈਂ ਬੈਠੇ ਮੇਰੇ ਕੋਈ ਨਾ ਕੋਈ ਗੱਲ ਆ ਜਾਂਦੀ ਦਿਮਾਗ ਦੇ ਵਿੱਚ ਭਾਜੀ ਇੱਦਾਂ ਦੇ ਜਦੋਂ ਗਿੱਲ ਸਾਹਿਬ ਨੇ ਗੱਲ ਕੀਤੀ ਹੈ ਕਿੰਨੇ ਰੂਹ ਦੀ ਕਿੰਨੇ ਖੁਸ਼ ਤਬੀਅਤ ਦੇ ਬੰਦੇ ਨੇ ਉਹ ਤੁਹਾਡੇ ਵੀ ਇੱਕਦਮ ਫਰਕ ਪੈ ਜਾਂਦਾ ਉਹਦੇ ਬਿਲਕੁਲ ਇਦਾਂ ਕੰਪਨੀ ਦਾ ਫਰਕ ਪੈਂਦਾ ਭਾਜੀ ਉਹ ਕੰਪਨੀ ਦਾ ਫਰਕ ਪੈਂਦਾ ਨਾ ਕੀ ਬਾਤ ਹੈ ਰੀਅਲੀ ਨਾਈਸ ਬਹੁਤ ਅੱਛਾ ਲੱਗਿਆ ਗਿੱਲ ਸਾਹਿਬ ਬਹੁਤ ਚੰਗਾ ਜਦੋਂ ਵੀ ਮੈਂ ਹਮੇਸ਼ਾ ਗੱਲ ਕਰਦਾ ਜਦੋਂ ਤੁਸੀਂ ਕਿਹਦੇ ਪੁੱਛੋ ਜੀ ਕੀ ਹਾਲ ਹੈ ਫਿਰ ਕਹਿੰਦੇ ਜੀ ਬਸ ਨੀਵੀਂ ਜੀ ਪਾ ਕੇ ਮੈਂ ਤਾਂ ਟਾਈਮ ਪਾਸ ਕਰਦਾ ਤੁਸੀਂ ਵੀ ਉਦਾਸ ਬੰਦਾ ਸੁਣਨ ਵਾਲਾ ਵੀ ਉਦਾਸ ਹਾਂਜੀ ਦੈਟਸ ਰਾਈਟ ਕੁਝ ਬਿਮਾਰੀਆਂ ਮਾਰ ਲੈਣੀਆਂ ਨੇ ਤੇ ਇਹਨਾਂ ਭਾਜੀ ਹੁਣ ਮੈਂ ਥੋੜਾ ਜਿਹਾ ਦੱਸਾਂ ਇਹਨਾਂ ਦੇ ਲੱਤਾਂ ਦਾ ਸਰਕੂਲੇਸ਼ਨ ਜਿਹੜੀ ਉਹ ਖਰਾਬ ਹੋ ਚੁੱਕਾ ਸੀ ਰੀਅਲੀ ਹਾਂਜੀ ਇਹ ਜਦੋਂ ਤੁਰਦੇ ਸੀ ਇਹਨਾਂ ਲੱਤਾਂ 'ਚ ਪੇਨ ਬਹੁਤ ਹੁੰਦਾ ਸੀ ਓ ਮਾਈ ਗॉड ਬਹੁਤ ਪੇਨ ਹੁੰਦਾ ਸੀ ਚੱਲ ਨਹੀਂ ਸਕਦੇ ਇੰਨਾ ਪੇਨ ਹੁੰਦਾ ਸੀ ਕਿਉਂਕਿ ਉਹ ਇਹਨਾਂ ਦੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਉਹ ਬਿਲਕੁਲ ਨੈਰੋ ਹੋ ਚੁੱਕੀਆਂ ਸੀਗੀਆਂ ਖੂਨ ਪਹੁੰਚਦਾ ਨਹੀਂ ਸੀ ਤੇ ਆਕਸੀਜਨ ਮਿਲਦੀ ਨਹੀਂ ਸੀ ਬੋਡੀ ਲੱਤਾਂ ਨੂੰ ਤੇ ਇਹਨਾਂ ਨੂੰ ਦਵਾਈ ਦਿੱਤੀ ਤੇ ਥੋੜੇ ਹਫ਼ਤਿਆਂ 'ਚ ਇਹਨਾਂ ਨੂੰ ਬਹੁਤ ਫਰਕ ਪੈ ਗਿਆ ਜੀ ਭਾਜੀ ਤੁਸੀਂ ਮੈਂ ਤਾਂ ਉਹਦਾ ਫਰਕ ਪੈ ਗਿਆ ਮਤਲਬ ਬਾਅਦ 'ਚ ਬੜਾ ਫਰਕ ਲੱਗਦਾ ਉਹਨਾਂ ਦੇ ਹਾਂਜੀ ਉਸੇ ਵੇਲੇ ਪਤਾ ਲੱਗ ਜਾਂਦਾ ਨਾ ਜਦੋਂ ਬੰਦੇ ਦੀ ਤਬੀਅਤ ਨਹੀਂ ਠੀਕ ਬੰਦਾ ਨੈਚੁਰਲੀ ਹੌਲੀ ਬੋਲਦਾ ਡਿਪਰੈਸ ਬੋਲਦਾ ਥੋੜਾ ਫਿਰ ਉਹ ਹੁੰਦੀ ਨਹੀਂ ਨਾ ਐਨਰਜੀ ਨਹੀਂ ਹੁੰਦੀ ਫਿਰ ਐਨਰਜੀ ਰਹਿੰਦੀ ਨਹੀਂ ਜਦ ਬਹੁਤ ਅੱਛਾ ਲੱਗਿਆ ਥੈਂਕ ਯੂ ਜੀ ਇਸੇ ਤਰ੍ਹਾਂ ਤੁਸੀਂ ਆਪਣਾ ਸ਼ੋਅ ਦੇਖਦੇ ਰਹੋ
ਔਰ ਅਕਾਲ ਚੈਨਲ ਹਮੇਸ਼ਾ ਤੁਹਾਡੀ ਸੇਵਾ ਕਰਦੀ ਰਹੇਗੀ। ਜਦੋਂ ਵੀ ਅਕਾਲ ਚੈਨਲ ਨੇ ਤੁਹਾਨੂੰ ਆਵਾਜ਼ ਮਾਰੀ ਹੈ, ਤੁਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ। ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰਦੇ ਹਾਂ ਬਿਹਾਫ ਆਫ ਅਕਾਲ ਚੈਨਲ ਟੀਮ, ਜਿੱਥੇ ਵੀ ਸਾਡੀ ਟੀਮ ਬੈਠੀ ਹੈ। ਹੁਣ ਵੀ ਦੇਖੋ ਸਾਡੀ ਇੰਡੀਆ ਦੇ ਵਿੱਚ ਕਿੱਦਾਂ ਜੋਰਾ ਸ਼ੋਰਾ 'ਚ ਕੰਮ ਕਰ ਰਹੀ ਟੀਮ। ਕੋਈ ਟੈਲੀਵਿਜ਼ਨ ਤੁਹਾਨੂੰ ਪ੍ਰੋਗਰਾਮ ਨਹੀਂ ਦੇ ਰਹੀ, ਜੋ ਸਾਡਾ ਸਿਰਫ ਅਕਾਲ ਚੈਨਲ ਇੰਡੀਆ ਤੋਂ ਨਿਊਜ਼ ਲੈ ਕੇ ਆ ਰਿਹਾ। ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਉਹਦੀ। ਚਲੋ ਫਿਰ ਡਾਈਜੈਸਟਿਵ ਸਿਸਟਮ ਤੇ ਚੱਲਦੇ ਆ। ਤੇ ਜਦੋਂ ਸਟਮਕ ਫੂਡ ਨੂੰ ਛੱਡਦਾ ਆ ਤੇ ਉਹ ਫਿਰ ਜਾਂਦਾ ਸਮੋਲ ਇੰਟੈਸਟੀਨ ਵਿੱਚ। ਹਾਂਜੀ, ਤੇ ਸਮੋਲ ਇੰਟੈਸਟੀਨ ਦੇ 3 ਪਾਰਟ ਹੁੰਦੇ ਜੀ, ਡੂਓਡੀਨਮ ਤੇ ਜਜੂਨਮ ਤੇ ਇਲੀਅਮ ਨੂੰ ਕਹਿੰਦੇ ਆ। ਤੇ ਜਿਹੜਾ ਪਹਿਲਾ ਪਾਰਟ ਹੈ ਡੂਓਡੀਨਮ, ਉੱਥੇ ਅਲਸਰ ਹੋ ਸਕਦਾ ਆ। ਉਹਦੀ ਵਜ੍ਹਾ ਹੁੰਦੀ ਹੈ ਵੀ ਜੇ ਤੁਹਾਡੇ ਸਟਮਕ ਵਿੱਚ ਐਸਿਡ ਬਹੁਤ ਜ਼ਿਆਦਾ ਆ, ਉਹ ਐਸਿਡ ਛੱਡਦਾ ਆ, ਉਹ ਫਿਰ ਉੱਥੇ ਡੂਓਡੀਨਮ ਦੇ ਜਾ ਕੇ ਵੱਜਦੀ ਆ ਤੇ ਐਸਿਡ ਤੁਹਾਨੂੰ ਪਤਾ ਹੈ ਖੋਰ ਦਿੰਦੀ ਸਭ ਕੁਝ। ਹਾਂਜੀ, ਕਿਉਂਕਿ ਨੋਰਮਲੀ ਹੁੰਦਾ ਵੀ ਉੱਧਰੋਂ ਲਿਵਰ ਬਾਇਲ ਛੱਡਦਾ ਹੈ, ਉਹਨੂੰ ਨਿਊਟਰਲਾਈਜ਼ ਕਰ ਦਿੰਦਾ ਹੈ। ਡਾਕਟਰ ਸਾਹਿਬ ਨਾਲ ਦੀ ਨਾਲ ਤੁਹਾਨੂੰ ਇਹ ਜਦੋਂ ਇੱਦਾਂ ਦੀ ਚੀਜ਼ਾਂ ਹੁੰਦੀਆਂ ਐਸਿਡ ਦਾ ਜਾਂ ਉਹਦਾ, ਇਹ ਕਿਉਂ ਹੁੰਦੀਆਂ? ਕੋਈ ਖੁਰਾਕ ਕਰਕੇ? ਇਹ ਤੁਹਾਡੀ ਖੁਰਾਕ ਵੀ ਹੁੰਦੀ ਆ ਰੋਂਗ, ਜਾਂ ਤੁਹਾਡੇ ਸਟ੍ਰੈਸ ਹੁੰਦਾ ਹੈ। ਇਹ ਡੂਓਡੀਨਲ ਅਲਸਰ ਜ਼ਿਆਦਾ ਸਟ੍ਰੈਸ ਨਾਲ ਜ਼ਿਆਦਾ ਹੁੰਦਾ ਹੈ ਭਾਜੀ। ਦੈਟਸ ਰਾਈਟ। ਡਾਈਜੈਸਟਿਵ ਪ੍ਰੋਬਲਮ ਜਿਹੜੇ ਸਟ੍ਰੈਸ ਤੋਂ ਜ਼ਿਆਦਾ ਸ਼ੁਰੂ ਹੁੰਦੇ ਆ। ਤੇ ਉਹ ਇੱਦਾਂ ਹੁੰਦਾ ਵੀ ਡੂਓਡੀਨਲ ਅਲਸਰ ਜਿਹੜਾ ਹੋ ਜਾਂਦਾ ਹੈ ਤੇ ਉਹਨਾਂ ਦੇ ਫਿਰ ਜਦੋਂ ਉਹ ਖਾ ਕੇ ਹਟਦੇ ਨਾ 2-2.5 ਘੰਟੇ ਬਾਅਦ ਜਦੋਂ ਫੂਡ ਜੇ ਸਟਮਕ ਚੋਂ ਨਿਕਲਦਾ ਆ, ਉਦੋਂ ਪੇਨ ਹੁੰਦਾ ਫਿਰ ਉਹਨਾਂ ਦੇ। ਹਾਂਜੀ, ਤੇ ਉਹ ਫਿਰ ਕਹਿੰਦੇ ਵੀ ਮੇਰੇ ਇੱਥੇ ਇੱਕ ਪੇਨ ਹੁੰਦਾ ਹੈ। ਹਾਂਜੀ, ਤੇ ਉਹਦੇ ਨਿਸ਼ਾਨੀ ਹੁੰਦੀ ਪਈ ਇੱਥੇ ਡੂਓਡੀਨਲ ਅਲਸਰ ਹੋ ਸਕਦਾ ਹੈ ਜਾਂ ਜ਼ਖਮ ਹਲੇ ਹੋਣ ਲੱਗਾ ਹੈ। ਤੇ ਲੋਕੀ ਕਈ ਵਾਰੀ ਆਉਂਦੇ, ਮੈਂ ਥਕਾਵਟ ਬਹੁਤ ਰਹਿੰਦੀ, ਟਾਇਰਡ ਬਹੁਤ ਰਹਿੰਦਾ। ਹਾਂਜੀ, ਤੇ ਜਦੋਂ ਉਹਦਾ ਦੇਖੀਦਾ ਵੀ ਕੀ ਐਕਚੁਅਲ ਪ੍ਰੋਬਲਮ ਹੈ, ਕਈ ਵਾਰੀ ਉਹ ਅਨੀਮਿਕ ਹੁੰਦੇ ਆ। ਹਾਂਜੀ, ਸੋ ਅਨੀਮਿਕ ਕਿਉਂ ਹੁੰਦੇ ਆ? ਕਿਉਂਕਿ ਉਹ ਡੂਓਡੀਨਲ ਅਲਸਰ ਜਿਹੜਾ ਉਹ ਬਲੀਡ ਹੁੰਦਾ ਰਹਿੰਦਾ, ਹੌਲੀ ਹੌਲੀ ਥੋੜਾ ਬਲੀਡ ਹੁੰਦਾ ਰਹਿੰਦਾ ਉੱਥੋਂ, ਉਹ ਫਿਰ ਖੂਨ ਲੂਜ਼ ਹੁੰਦਾ ਰਹਿੰਦਾ ਤੇ ਉਹ ਅਨੀਮਿਕ ਹੋ ਜਾਂਦੇ ਆ। ਤੇ ਤੁਸੀਂ ਉਹਨਾਂ ਦੇ ਨਹੁੰ ਦੇਖ ਲਓ ਜਾਂ ਉਹਨਾਂ ਦੀਆਂ ਅੱਖਾਂ ਦੇਖੋ ਨਾ, ਤੇ ਜਦੋਂ ਇਹ ਖੂਨ ਲੂਜ਼ ਹੁੰਦਾ ਤੇ ਸਟੂਲ ਦੇ ਥਰੂ ਨਿਕਲਦਾ, ਪਤਾ ਲੱਗਦਾ ਨਿਕਲਦਾ, ਪਰ ਉਹ ਥੋੜਾ ਨਿਕਲਦਾ, ਲੋਕੀ ਨੋਟਿਸ ਨਹੀਂ ਕਰਦੇ। ਦੈਟਸ ਰਾਈਟ, ਥੋੜਾ ਇਹਨੂੰ ਨੋਟਿਸ ਨਹੀਂ ਕਰਦੇ ਹੈਗੇ। ਤੇ ਉਹ ਫਿਰ ਆਉਂਦੇ ਤਾਂ ਥਕਾਵਟ ਲਈ ਹੁੰਦੇ ਆ ਕਈ ਵਾਰੀ, ਤੇ ਉਹ ਨਿਕਲਦਾ ਵੀ ਅਲਸਰ ਹੋਇਆ ਹੁੰਦਾ। ਹਾਂਜੀ, ਸੋ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ। ਤੇ ਬਾਕੀ ਜਿਹੜੇ ਫਿਰ ਸਮੋਲ ਇੰਟੈਸਟੀਨ ਆ, ਤੇ ਇੱਥੇ ਇਰੀਟੇਬਲ ਬਾਊਲ ਵੀ ਕਹਿ ਦਿੰਦੇ, ਇਰੀਟੇਬਲ ਬਾਊਲ ਸਿੰਡਰੋਮ। ਤੇ ਉਹ ਹੁੰਦਾ ਵੀ ਕਈ ਵਾਰੀ ਉਸ ਪੇਸ਼ੈਂਟ ਨੂੰ ਕੌਂਸਟੀਪੇਸ਼ਨ ਹੋ ਜਾਂਦੀ ਆ, ਕਈ ਵਾਰੀ ਉਹਨੂੰ ਲੂਸ ਮੋਸ਼ਨਸ ਹੋ ਜਾਂਦੇ ਆ, ਜਾਂ ਬਦਲਦੇ ਰਹਿੰਦੇ, ਕਦੇ ਕੌਂਸਟੀਪੇਸ਼ਨ ਕਦੇ ਲੂਸ ਮੋਸ਼ਨਸ। ਤੇ ਉਹਨਾਂ ਦੇ ਕ੍ਰੈਂਪਿੰਗ ਪੇਨਸ ਹੁੰਦੇ ਆ, ਤੇ ਜਿੱਦਾਂ ਵੱਟ ਪੈਂਦੇ ਹੁੰਦੇ ਆ। ਤੇ ਇਹਦੇ ਲਈ ਐਲੋਪੈਥੀ ਵਿੱਚ ਕੋਈ ਇਲਾਜ ਹੈ ਨਹੀਂਗਾ। ਤੇ ਸਿਰਫ ਕੋਈ ਇਲਾਜ ਨਹੀਂ ਹੈਗਾ, ਸਿਰਫ ਉਹ ਤੁਹਾਨੂੰ ਕ੍ਰੈਂਪ ਲਈ, ਪੇਨ ਲਈ ਦੇਣਗੇ ਦਵਾਈਆਂ। ਇੱਕ ਹੁੰਦੀ ਆ ਮੈਬੇਵਰਿਨ ਤੇ ਜਾਂ ਬਸਕੋਪੈਨ ਤੇ ਜਾਂ ਪੈਪਰਮਿੰਟ ਕੈਪਸੂਲਸ ਵੀ ਦਿੰਦੇ ਆ। ਤੇ ਪਰ ਉਹਨਾਂ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ। ਸੋ ਹੋਮਿਓਪੈਥੀ ਵਿੱਚ ਆਪਾਂ ਦਵਾਈ ਦੇਈਦੀ ਆ ਤੇ ਡਾਇਟ ਐਡਜਸਟ ਕਰੀਦੀ ਆ ਤੇ ਉਹਨਾਂ ਦੀ ਸਟ੍ਰੈਸ ਘਟਾਉਣ ਦੀ ਕੋਸ਼ਿਸ਼ ਕਰੀਦੀ ਆ। ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿਆਦਾ ਸਟ੍ਰੈਸ ਤੋਂ ਹੁੰਦੀਆਂ। ਹਾਂਜੀ, ਤੇ ਕਈ ਵਾਰੀ ਸਮੋਲ ਇੰਟੈਸਟੀਨਲ ਜਿਹੜੀ ਆ ਉਹ ਬੈਕਟੀਰੀਆ ਓਵਰਗਰੋਥ ਵੀ ਹੋ ਜਾਂਦੀ ਆ। ਹਾਂਜੀ, ਤੇ ਉਹ ਇੱਦਾਂ ਹੁੰਦੀ ਵੀ ਜਿਹੜਾ ਲਾਰਜ ਇੰਟੈਸਟੀਨ ਆ ਉਹਦੇ ਵਿੱਚ ਬੈਕਟੀਰੀਆ ਕੁਛ ਅਲੱਗ ਹੁੰਦੇ ਆ, ਨੋਰਮਲੀ ਸਮੋਲ ਇੰਟੈਸਟੀਨ ਦੇ ਵਿੱਚ ਬੈਕਟੀਰੀਆ ਅਲੱਗ ਹੁੰਦੇ ਆ। ਤੇ ਕਈ ਵਾਰੀ ਉਹ ਸਿਚੁਏਸ਼ਨ ਇੱਦਾਂ ਹੁੰਦਾ ਵੀ ਉਹ ਜਿਹੜੇ ਲਾਰਜ ਇੰਟੈਸਟੀਨ ਵਿੱਚ ਬੈਕਟੀਰੀਆ ਉਹ ਸਮੋਲ ਇੰਟੈਸਟੀਨ ਵਿੱਚ ਪਹੁੰਚ ਜਾਂਦੇ ਆ। ਹਾਂਜੀ, ਐਂਡ ਦੇ ਨਾਟ ਸਪੋਜ਼ਡ ਟੂ ਬੀ ਦੇਅਰ। ਅੱਛਾ। ਹਾਂਜੀ, ਉੱਥੇ ਜ਼ਿਆਦਾ ਬੈਕਟੀਰੀਆ ਉਹ ਜਮ੍ਹਾਂ। ਇਹਦਾ ਕੀ ਕਾਜ਼ ਜ਼ਿਆਦਾ, ਕੀ ਰੀਜ਼ਨ ਉਹਦਾ? ਇਹਦਾ ਕਾਜ਼ ਡਾਇਟ ਆ ਜ਼ਿਆਦਾ ਭਾਜੀ, ਨਾਲ ਸਟ੍ਰੈਸ। ਹਾਂਜੀ, ਰੋਂਗ ਡਾਇਟ ਤੇ ਟੂ ਮਚ ਸਟ੍ਰੈਸ। ਹਾਂਜੀ, ਤੇ ਜੇ ਤੁਸੀਂ ਬੇਬੀ ਨੂੰ ਦੇਖਦੇ ਨਾ ਵੀ ਸਾਹ ਕਿੱਦਾਂ ਲੈਂਦਾ ਆ, ਤੁਸੀਂ ਕਦੇ ਦੇਖਿਆ ਹੋਗਾ ਵੀ ਉਹਦਾ ਢਿੱਡ ਜਿਹੜਾ ਆ ਅਪ ਐਂਡ ਡਾਊਨ ਹੁੰਦਾ ਆ। ਹਾਂਜੀ, ਵਿਚ ਇਜ਼ ਨੋਰਮਲ ਬਰੀਥਿੰਗ। ਸਾਹ ਸਾਨੂੰ ਵੀ ਇੱਦਾਂ ਹੀ ਲੈਣਾ ਚਾਹੀਦਾ, ਢਿੱਡ ਤੋਂ ਲੈਣਾ ਚਾਹੀਦਾ, ਢਿੱਡ ਦਾ ਮੂਵਮੈਂਟ ਹੋਣਾ ਚਾਹੀਦਾ ਭਾਜੀ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਗਰੋ ਅਪ ਹੋ ਜਾਂਦੇ, ਵੀ ਗੈਟ ਐਕਸਪੋਜ਼ ਟੂ ਟੈਨਸ਼ਨ ਐਂਡ ਸਟ੍ਰੈਸ। ਹਾਂਜੀ, ਜਦੋਂ ਸਾਨੂੰ ਟੈਨਸ਼ਨ ਹੁੰਦਾ ਹੈ ਅਸੀਂ ਕੀ ਕਰਦੇ ਹਾਂ, ਅਸੀਂ ਇੱਥੋਂ ਛਾਤੀ ਤੋਂ ਛੋਟੇ ਸਾਹ ਲੈਣ ਲੱਗ ਪੈਂਦੇ ਹਾਂ। ਹਾਂਜੀ, ਤੇ ਢਿੱਡ ਹਿਲਾਉਂਦੇ ਨਹੀਂ ਗੇ। ਰਾਈਟ, ਜਿਹੜਾ ਢਿੱਡ ਹਿਲਦਾ ਆ ਉਹ ਤੁਹਾਡੇ ਇੰਟਰਨਲ ਔਰਗਨਸ ਨੂੰ ਮਸਾਜ ਕਰਦਾ ਭਾਜੀ। ਹਾਂਜੀ, ਤੇ ਜਿਹੜਾ ਟੈਨਸ਼ਨ ਆ ਉਹ ਫਿਰ ਤੁਸੀਂ ਇੱਥੇ ਹੋਲਡ ਕਰ ਲੈਂਦੇ ਢਿੱਡ ਵਿੱਚ। ਜਦੋਂ ਟੈਨਸ਼ਨ ਹੋਲਡ ਕਰਦੇ ਆ ਉਹ ਫਿਰ ਤੁਹਾਡੇ ਇੰਟਰਨਲ ਔਰਗਨਸ ਨੂੰ ਵੀ ਇਫੈਕਟ ਪੈਂਦਾ। ਕਰਕੇ ਇੱਥੇ ਇੱਕ ਐਨਰਜੀ ਸੈਂਟਰ ਵੀ ਹੈਗਾ, ਜਿੱਥੇ ਧੁੰਨੀ ਆ ਨਾ ਉੱਥੇ ਇੱਕ ਐਨਰਜੀ ਸੈਂਟਰ ਆ, ਤੇ ਉਹ ਐਨਰਜੀ ਉਹਦੀ ਡਿਸਟਰਬ ਹੋ ਜਾਂਦੀ ਆ, ਫਿਰ ਕੋਈ ਨਾ ਕੋਈ ਬਿਮਾਰੀ ਪੈਦਾ ਹੋ ਸਕਦੀ। ਹਾਂਜੀ, ਤੇ ਤੁਹਾਨੂੰ ਪਤਾ ਵੀ ਆਪਣੇ ਇੰਡੀਆ ਵਿੱਚ ਧਰਨ ਕਹਿੰਦੇ ਹੁੰਦੇ ਆ, ਕਿਸੇ ਨੂੰ ਧਰਨ ਪੈ ਗਈ। ਹਾਂਜੀ, ਤੇ ਉਹ ਫਿਰ ਕਈ ਵਾਰੀ ਉਹਨਾਂ ਨੂੰ ਉਲਟੀਆਂ ਆਉਂਦੀਆਂ ਜਾਂ ਲੂਸ ਮੋਸ਼ਨਸ ਹੋਣ ਲੱਗ ਪੈਂਦੇ ਆ। ਤੇ ਹੁਣ ਇੱਥੇ ਵੈਸਟ ਵਿੱਚ ਮੰਨਦੇ ਨਹੀਂ ਗੇ। ਇਹਦੀ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ, ਪਹਿਲਾਂ ਆਪਾਂ ਕਾਲ ਲੈ ਲਈਏ ਕਿਉਂਕਿ 3 ਮਿੰਟਾਂ ਦੇ ਬ੍ਰੇਕ ਦੇ ਵਿੱਚ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ?
ਮੈਂ ਲੰਡਨ ਤੋਂ ਬੋਲਦੀ ਹਾਂ, ਹੇਜ ਤੋਂ। ਹਾਂ ਨਰਿੰਦਰ ਕੌਰ ਆ ਮੇਰਾ ਨਾਮ। ਭੈਣ ਜੀ ਡਾਕਟਰ ਸਾਹਿਬ ਸੁਣ ਰਹੇ, ਤੁਸੀਂ ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਨਾਲ ਗੱਲ ਕਰੋ ਹੁਣ। ਅੱਛਾ ਜੀ। ਹਾਂਜੀ ਬੋਲੋ ਜੀ। ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਰਿੰਦਰ ਕੌਰ ਬੋਲਦੀ ਹਾਂ। ਮੇਰੇ ਨਾ ਜਿੱਦਾਂ ਤੁਸੀਂ ਹੁਣੇ ਹੀ ਦੱਸਿਆ ਕਿ ਐਸਿਡ ਬਹੁਤ ਹੁੰਦਾ ਆ, ਮੇਰੇ ਵੀ ਉਹ ਜਿੱਦਾਂ ਖਾਣੇ ਵਾਲੀ ਨਾਲੀ ਚੋਂ ਕਦੇ ਕਦੇ ਥੋੜਾ ਬਹੁਤ ਖੂਨ ਆਉਂਦਾ ਆ। ਮੈਨੂੰ ਸਟ੍ਰੈਸ ਬਹੁਤ ਆ ਤੇ ਮਤਲਬ ਬਹੁਤਾ ਖਾਣਾ ਮੈਨੂੰ ਪਚਦਾ ਨਹੀਂ ਹੈਗਾ, ਐਸਿਡ ਬਹੁਤ ਆ। ਹਾਂਜੀ ਭੈਣ ਜੀ, ਸੋ ਇਹੀ ਹੋਇਆ ਵੀ ਤੁਹਾਡੇ ਐਸਿਡ ਦੇ ਨਾਲ ਜ਼ਖਮ ਹੋ ਚੁੱਕਾ ਅੰਦਰ। ਹਾਂਜੀ ਜ਼ਖਮ ਹੋ ਚੁੱਕੀ। ਹਾਂਜੀ, ਫਿਰ ਜ਼ਖਮ ਥੋੜਾ ਬਲੀਡ ਹੁੰਦਾ ਰਹਿੰਦਾ ਹੈ। ਮੈਨੂੰ ਤੁਸੀਂ ਦੱਸੋ ਮੈਂ ਇਹਦੇ ਲਈ ਕੀ ਕਰ ਸਕਦੀ ਹਾਂ? ਹਾਂਜੀ ਭੈਣ ਜੀ, ਸੋ ਪਹਿਲਾਂ ਤਾਂ ਤੁਸੀਂ ਆਪਣੇ ਜਿੱਦਾਂ ਤੁਸੀਂ ਸਪਾਈਸੀ ਫੂਡ ਜ਼ਿਆਦਾ ਖਾਂਦੇ ਜੇ, ਹੈ ਨਾ? ਨਹੀਂ, ਮੈਂ ਉਹ ਵੀ ਨਹੀਂ ਖਾਂਦੀ ਹੈਗੀ, ਮੈਂ ਤਾਂ ਬਹੁਤ ਘੱਟ ਖਾਂਦੀ ਹਾਂ ਕਿਉਂਕਿ ਡਾਕਟਰ ਨੇ ਮੈਨੂੰ ਰੋਕ ਦਿੱਤਾ ਹੈ। ਬਹੁਤ ਘੱਟ ਖਾਂਦੀ ਨਹੀਂ ਤਕਰੀਬਨ, ਹੈ ਨਾ। ਮਾੜਾ ਜਿਹਾ ਲੂਣ ਤੇ ਕਾਲੀ ਮਿਰਚ ਪਾਉਂਦੀ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ। ਤੇ ਇਹ ਪਰਹੇਜ਼ ਜ਼ਰੂਰੀ ਆ, ਤੇ ਇਹਦੇ ਨਾਲ ਫਿਰ ਆਪਾਂ ਕੁਝ ਤੁਹਾਡਾ ਡਾਈਟ ਐਡਜਸਟ ਕਰ ਸਕਦੇ ਹਾਂ। ਹਾਂਜੀ, ਤੁਹਾਡਾ ਹੋਰ ਵੀ ਡਾਈਟ ਜਿਹੜਾ ਨਾ, ਹਾਂਜੀ, ਕਈ ਹੋਰ ਵੀ ਫੂਡਸ ਹੁੰਦੇ ਜਿਹੜੇ ਐਸਿਡ ਫੋਮਿੰਗ ਹੁੰਦੇ ਆ। ਹੋਰ ਮੈਂ ਬਹੁਤ ਕੁਝ ਚੇਂਜ ਕੀਤਾ ਹੈ ਤਾਂ ਵੀ ਠੀਕ ਨਹੀਂ ਹੋ ਰਿਹਾ। ਕੋਈ ਨਹੀਂ ਭੈਣ ਜੀ, ਤੁਹਾਨੂੰ ਹੋਮਿਓਪੈਥਿਕ ਦਵਾਈ ਨਾਲ ਦੇਵਾਂਗੇ ਤੇ ਉਹਦੇ ਨਾਲ ਤੁਸੀਂ ਠੀਕ ਹੋ ਜਾਓਗੇ। ਓਕੇ ਜੀ, ਥੈਂਕ ਯੂ ਭੈਣ ਜੀ ਤੁਹਾਡੀ ਕਾਲ ਕਰਨ ਦਾ। ਅਸੀਂ ਇਹਦੇ ਬਾਰੇ ਗੱਲ ਕਰਦੇ ਸੀ, ਬਹੁਤ ਅੱਛਾ ਲੱਗਦਾ ਕਿ ਤੁਸੀਂ ਕਾਲ ਕਰ ਰਹੇ ਹੋ। ਮੈਂ ਫਿਰ ਰਿਪੀਟ ਕਰ ਦੇਣਾ, ਜਿਹੜਾ ਤੁਹਾਨੂੰ ਨੰਬਰ ਦਿੱਤਾ ਗਿਆ ਗੋਲ ਸੈਂਟਰ ਨੇ, ਤੁਸੀਂ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 ਐਂਡ 11 ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰਨਾ। ਮੇਕ ਸ਼ੋਰ 3 ਦਿਨ ਬਿਟਵੀਨ 10 ਐਂਡ 11 ਜੋ ਨੰਬਰ ਤੁਹਾਨੂੰ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰਨਾ। ਅੱਗੇ ਪਿੱਛੇ ਕਾਲ ਕਰੋਗੇ ਤੇ ਡਾਕਟਰ ਜੀ ਅਵੇਲੇਬਲ ਨਹੀਂ ਹੋਣਗੇ। ਤੇ ਡਾਕਟਰ ਸਾਹਿਬ ਤੇ ਬਿਗ ਸੈਕਿੰਡ ਰਹਿੰਦੇ ਨੇ, ਆਪਾਂ ਬਾਅਦ ਜਾਰੀ ਰੱਖਾਂਗੇ। ਬਹੁਤ ਇੰਟਰਸਟਿੰਗ ਗੱਲਾਂ, ਬਿਕੋਜ਼ ਇੱਥੋਂ ਬਿਮਾਰੀਆਂ ਸਾਰੀਆਂ ਹੁੰਦੀਆਂ ਨੇ। ਕਿਉਂ ਹੁੰਦੀਆਂ, ਕਾਹਤੇ ਹੁੰਦੀਆਂ, ਮੈਂ ਨਾਲ ਦੀ ਨਾਲ ਡਾਕਟਰ ਜੀ ਨੂੰ ਔਨ ਯੋਰ ਬਿਹਾਫ ਗੱਲ ਪੁੱਛਦਾ ਰਹਿੰਦਾ, ਕਿਉਂਕਿ ਉਹ ਵੀ ਬੰਦੇ ਨੂੰ ਪਤਾ ਲੱਗੇ ਕਿ ਮੈਂ ਕੀ ਸਟਾਪ ਕਰਾਂ, ਕੀ ਖਾਵਾਂ, ਕੀ ਨਾ ਖਾਵਾਂ, ਬਿਮਾਰੀ ਕਿੱਥੋਂ ਤੋਂ ਵੱਧ ਜਾਂਦੀ ਹੈ, ਤੇ ਉਹ ਵੀ ਮੈਂ ਖੁਦ ਆਪਣਾ ਜਵਾਬ ਲਵਾਂਗਾ। ਪਲੀਜ਼ ਡੋਂਟ ਗੋ ਟੂ ਫਾਰ। ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਵਾਪਸ ਆਉਂਦੇ ਹਾਂ ਤੁਹਾਡੇ ਪਾਸ। ਸਤਿ ਸ਼੍ਰੀ ਅਕਾਲ ਜੀ। ਕਮ ਬੈਕ ਐਟ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਬਹੁਤ ਇੰਟਰਸਟਿੰਗ ਡਾਈਜੈਸਟਿਵ ਸਿਸਟਮ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਇਹ ਬੇਸ਼ੱਕ ਤੁਹਾਨੂੰ ਬਿਮਾਰੀ ਹੈ ਨਹੀਂ ਹੈ, ਤੰਦਰੁਸਤ ਹੈਗੇ, ਹਮੇਸ਼ਾ ਅਰਦਾਸ ਰੱਖਦੇ ਹਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ। ਪਲੀਜ਼ ਪ੍ਰੋਗਰਾਮ ਦੇਖਿਆ ਕਰੋ। ਦਿਸ ਇਜ਼ ਵੈਰੀ ਮਚ ਅਬਾਊਟ ਦ ਹੈਲਥ ਐਂਡ ਲਾਈਫ ਸਟਾਈਲ ਬਾਰੇ, ਕਿ ਕੀ ਖਾਣਾ ਚਾਹੀਦਾ, ਕੀ ਨਹੀਂ, ਕਿੱਦਾਂ ਬਿਮਾਰੀਆਂ ਹੁੰਦੀਆਂ। ਐਟਲੀਸਟ ਤੁਸੀਂ ਅਵੇਅਰ ਹੋ ਜਾਂਦੇ ਹੋ। ਬੜਾ ਐਜੂਕੇਸ਼ਨਲ, ਬੜਾ ਇਨਫੋਰਮੇਟਿਵ ਸ਼ੋ ਹੁੰਦਾ ਹੈ। ਐਟਲੀਸਟ ਕੁਛ ਬੰਦਾ ਸਿੱਖ ਕੇ ਜਾਏਗਾ, ਕੋਈ ਇਹਦੇ 'ਚ ਨੁਕਸਾਨ ਨਹੀਂ ਹੈਗਾ। ਕੀਪ ਵਾਚਿੰਗ। ਅਸੀਂ ਆਪਣਾ ਪ੍ਰੋਗਰਾਮ ਜਾਰੀ ਰੱਖਦੇ ਹਾਂ। ਡਾਕਟਰ ਸਾਹਿਬ, ਜਦੋਂ ਭੈਣ ਜੀ ਦਾ ਫੋਨ ਆਇਆ, ਇਹ ਜਦੋਂ ਇੱਦਾਂ ਦਾ ਮੈਂ ਥੋੜ੍ਹਾ ਜਿਹਾ ਲੋਕਾਂ ਦੀ ਵੀ ਮਦਦ ਹੋਏਗੀ, ਜਦੋਂ ਇੱਥੇ ਤੱਕ ਪਹੁੰਚ ਗਏ ਐਸਿਡ ਨਾਲ ਹੋ ਕੇ, ਉਹ ਜ਼ਖਮ ਹੋ ਕੇ ਉਹਨੂੰ ਬਲੀਡਿੰਗ ਹੋ ਰਹੀ ਹੈ, ਤੇ ਇਹਨਾਂ ਨੂੰ ਕਿੰਨਾ ਸਾਰਾ ਕਿੰਨਾ ਟਾਈਮ ਲੱਗਿਆ ਹੋਰ ਨੂੰ ਚੀਜ਼ ਨੂੰ? ਭਾਜੀ, ਇਹ ਸਾਰੀਆਂ ਬਿਮਾਰੀਆਂ ਮੋਸਟਲੀ ਹੌਲੀ ਹੌਲੀ ਡਿਵੈਲਪ ਹੁੰਦੀਆਂ। ਹੌਲੀ ਉਹੀ ਨਾ ਮੈਂ ਕਹਿ ਰਿਹਾ। ਹਾਂ, ਤੇ ਪਹਿਲਾਂ ਆਪਾਂ ਪਰਵਾਹ ਨਹੀਂ ਕਰੀਦਾ, ਚਲੋ ਮਾੜਾ ਮੋਟਾ ਪੇਨ ਹੋਇਆ ਛੱਡੋ ਪਰੇ, ਤਾਂ ਕੀ ਆ, ਮਾੜੀ ਮੋਟੀ ਇੱਥੋਂ ਜਲਣ ਜਿਹੀ ਹੋਈ ਹੈ ਛੱਡੋ ਪਰੇ, ਆਪਾਂ ਪਰਵਾਹ ਨਹੀਂ ਕਰਦੇ। ਤੇ ਹੌਲੀ ਹੌਲੀ ਉਹ ਵੱਧਦਾ ਰਹਿੰਦਾ। ਤੇ ਫਿਰ ਜਦੋਂ ਜ਼ਿਆਦਾ ਵੱਧ ਜਾਂਦਾ ਫਿਰ ਆਪਾਂ ਦੌੜੀਦਾ ਡਾਕਟਰ ਕੋਲ। ਤੇ ਐਕਚੁਅਲੀ ਉਹ ਪਹਿਲਾਂ ਸੋਚਣਾ ਚਾਹੀਦਾ ਵੀ ਮੈਂ ਕੀ ਖਾਧਾ ਸੀ, ਕਾਹਦੇ ਨਾਲ ਮੈਨੂੰ ਇੱਦਾਂ ਹੋਇਆ। ਹਾਂਜੀ, ਤੇ ਆਪਣਾ ਪਰਹੇਜ਼ ਕਰਨਾ ਸ਼ੁਰੂ ਕਰਨਾ ਚਾਹੀਦਾ। ਤੇ ਜਿੰਨਾ ਆਪਣਾ ਬਚਾਅ ਕਰੋਗੇ ਤਾਂ ਉਨੀ ਬਿਮਾਰੀ ਤੁਹਾਡੀ ਨਾ ਵਧੇਗੀ। ਪਰ ਭਾਜੀ ਇੱਕ ਬੜੀ ਕਮਾਲ ਦੀ ਇਹਦਾ ਗੱਲ ਵਾਪਸ ਉੱਤੇ ਹੈਗੀ, ਜਿੱਦਾਂ ਮੈਂ ਗੱਲ ਕਰਦਾ, ਤੁਸੀਂ ਸਿੰਪਲ ਪੈਰਾਸੀਟਾਮੋਲ ਦੀ ਗੱਲ ਕਰ ਲਓ। ਕੋਈ ਬੰਦਾ ਇੱਕ ਗੋਲੀ ਤੋਂ ਜ਼ਿਆਦਾ ਨਹੀਂ ਖਾ ਸਕਦਾ, ਅੱਧੀ ਜੇ ਖਾਂਦਾ। ਮੇਰੇ ਵਗੈਰਾ ਘੱਟੋ ਘੱਟ 2 ਚਾਹੀਦੀਆਂ ਤਾਂ ਫਰਕ ਪੈਂਦਾ। ਉਹ ਬੋਡੀ 'ਤੇ ਡਿਪੈਂਡ ਕਰਦਾ ਹੈ। ਬੋਡੀ 'ਤੇ ਡਿਪੈਂਡ ਕਰਦਾ। ਹਾਂਜੀ ਭਾਜੀ, ਸੋ ਕਈ ਕਹਿੰਦੇ ਆ ਵੀ ਅਸੀਂ ਬਹੁਤੀ ਮਿਰਚ ਤਾਂ ਖਾਈ ਦੀ ਨਹੀਂ ਹੈਗੀ। ਹਾਂਜੀ, ਹੁਣ ਕਿਸੇ ਲਈ ਬਹੁਤੀ ਕਿੰਨੀ ਹੁੰਦੀ, ਕਿਸੇ ਲਈ ਕਿੰਨੀ ਹੁੰਦੀ। ਬਹੁਤੀ ਕੀ ਮਤਲਬ ਹੋਇਆ, ਕਿੰਨੀ ਹੋਊਗੀ? ਬਿਲਕੁਲ ਰਾਈਟ। ਸੋ ਮੈਂ ਇੱਦਾਂ ਦੀ ਵੀ ਦੇਖੀਆਂ ਲੇਡੀਜ਼, ਉਹ ਕਹਿੰਦੀਆਂ ਅਸੀਂ 4-5 ਮਿਰਚਾਂ ਪਾਉਂਦੀਆਂ ਰਹੀਆਂ, ਹਰੀਆਂ ਮਿਰਚਾਂ ਆਪਣੀਆਂ ਦਾਲਾਂ 'ਚ। ਬਹੁਤੀ ਨਹੀਂ, 4-5 ਹੀ ਪਾਉਂਦੇ। ਉਹਨਾਂ ਲਈ ਉਹ ਨੋਰਮਲ ਸੀ। ਹਾਂਜੀ, ਉਹਨਾਂ ਲਈ ਨੋਰਮਲ ਸੀ, ਉਹ ਹਾਜ਼ਮ ਕਰ ਜਾਂਦੇ ਸੀ। ਪਰ ਡਾਕਟਰ ਸਾਹਿਬ, ਕਈ ਮੈਂ ਬੰਦੇ ਦੇਖੇ ਬਹੁਤ ਮਿਰਚ ਵਾਲੀ ਚੀਜ਼ ਖਾਂਦੇ ਨੇ, ਠੀਕ ਹੈ, ਫਿੱਟ ਹੈਗੇ ਨੇ ਹਾਲੇ, ਪਰ ਕੁਛ ਤਾਂ ਉਹਨੂੰ ਨੁਕਸਾਨ ਪਹੁੰਚਦਾ ਹੋਏਗਾ। ਕੁਛ ਨਾ ਕੁਛ ਤਾਂ ਹੁੰਦਾ ਹੀ। ਉਹੀ ਮੈਂ ਕਹਿੰਦਾ ਵੀ ਹੌਲੀ ਹੌਲੀ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਗਿਵ ਅਪ ਕਰਨ ਲੱਗ ਪੈਂਦਾ ਆ। ਵੀ ਇਟਸ ਨਾਟ ਨੋਰਮਲ, ਹੈ ਨਾ, ਵੀ ਇੰਨਾ ਤੁਸੀਂ ਇਰੀਟੈਂਟ ਆਪਣੇ ਅੰਦਰ ਪਾਓ, ਹੈ ਨਾ। ਇੱਕ ਆਪਾਂ ਕਹਿ ਦਿੰਦੇ ਹਾਂ ਕਿ ਲਾਲ ਮਿਰਚ ਖਰਾਬ ਹੈਗੀ, ਹਰੀ ਖਰਾਬ ਨਹੀਂ ਹੈ।
ਜਿਹੜੀ ਮਰਜ਼ੀ ਚੀਜ਼ ਖਾ ਲਓ, ਜੋ ਵੀ ਜ਼ਿਆਦਾ ਖਾਓਗੇ ਕੁਆਂਟੀਟੀ, ਉਹਦਾ ਨੁਕਸਾਨ ਹੀ ਹੈ ਉਹਦਾ, ਕੋਈ ਵੀ ਹੋਵੇ। ਬਿਲਕੁਲ ਹਾਂਜੀ। ਤੇ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਮਿਰਚ ਆ ਉਹ ਤਾਂ ਇਰੀਟੇਸ਼ਨ ਕਰਦੀ ਹੈ ਤੁਹਾਡੇ ਅੰਦਰ ਜਾ ਕੇ। ਹਾਂਜੀ ਭਾਜੀ ਅੰਦਰ ਹੁਣ ਤੁਸੀਂ ਗੱਲ ਕਰਦੇ, ਮੈਂ ਜਦੋਂ ਤੁਸੀਂ ਡਾਇਗਰਾਮ ਦਾ ਕੇ ਨਾ ਬੜੀ ਹੈਲਪ ਹੁੰਦੀ ਹੈ ਚੀਜ਼ ਦੀ, ਕਿੰਨਾ ਸੈਂਸਿਟਿਵ, ਕਿੰਨਾ ਸੌਫਟ ਤੁਹਾਡੇ ਅੰਦਰ ਸਮਾਨ ਸਾਰਾ ਕੁਛ। ਹਾਂਜੀ ਉਹਦੇ ਉੱਪਰ ਤੁਸੀਂ ਗਰਮ, ਠੰਡਾ, ਮਿਰਚ ਵਾਲਾ ਹਰ ਤਰ੍ਹਾਂ ਦੀ ਤੁਸੀਂ ਚੀਜ਼ ਪਾਉਂਦੇ ਹੋ, ਦੈਟਸ ਤੇ ਰਾਈਟ। ਉਹ ਨੁਕਸਾਨ ਤਾਂ ਪਹੁੰਚਦਾ ਨਾ ਹੁਣ ਫਿਰ। ਨੁਕਸਾਨ ਤਾਂ ਪਹੁੰਚਦਾ ਹੀ ਹੈ। ਤੁਹਾਡਾ ਬੋਡੀ ਟੈਂਪਰੇਚਰ ਜਿੰਨਾ ਹੁੰਦਾ, ਤੁਸੀਂ ਕਈ ਵਾਰੀ ਚਾਹ ਪੀ ਲੈਂਦੇ, ਬਹੁਤ ਜਲਦੀ ਚਾਹ ਪੀ ਲੈਂਦੇ ਆ, ਫਿਰ ਉਹ ਤੁਸੀਂ ਸੋਚੋ ਵੀ ਉਹ ਤੁਹਾਡੇ ਅੰਦਰ ਕੀ ਕਰਦਾ ਹੋਊਗਾ। ਕੀ ਕਰਦਾ ਹਾਂਜੀ, ਹੈਗਾ। ਦੇਖੋ ਸਭ ਜੇ ਕੁਛ ਤੁਸੀਂ ਹੱਥ ਤੇ ਪਾ ਲਓ ਤਾਂ ਜਲ ਜਾਂਦਾ ਤੁਹਾਡਾ ਹੱਥ। ਹਾਲੀ ਜਿਹੜੀ ਬਾਹਰਲੀ ਸਕਿਨ ਆ, ਹਾਰਡੈਸਟ ਸਕਿਨ ਹੁੰਦੀ ਆ ਉਹ, ਹਾਂਜੀ ਹੈ। ਹਾਂ ਦੈਟਸ ਰਾਈਟ। ਸੋ ਅੰਦਰ ਤੁਹਾਡੇ ਕੀ ਹੁੰਦਾ ਹੋਊਗਾ ਜਾ ਕੇ ਇੰਨੀ ਗਰਮ ਚੀਜ਼ ਖਾਣੀ, ਜਾਂ ਤੁਸੀਂ ਫ੍ਰਿਜ ਚੋਂ ਠਰੀ ਚੀਜ਼ ਖਾ ਲੈਂਦੇ ਆ। ਡਾਕਟਰ ਤੁਸੀਂ ਉਹਦਾ ਦੱਸਿਆ ਕਿ 25-26 ਫੁੱਟ ਉਹਦੀ ਲੈਂਥ ਹੁੰਦੀ ਹੈ, ਉਹ ਉਹਨੇ ਸਾਰਾ ਤੁਰ ਕੇ ਜਾਣਾ, ਉਹਨੂੰ ਕਿੰਨਾ ਟਾਈਮ ਲੱਗਦਾ, ਕਿੱਥੋਂ ਕੀ ਨੁਕਸਾਨ ਕਰਦੀ ਜਾਂਦੀ ਹੋਏਗੀ। 올 ਦਾ ਵੇ All the way, ਹਾਂ। ਯਾ ਸੋ ਆਪਾਂ ਧਰਨ ਬਾਰੇ ਕਹਿ ਰਹੇ ਸੀ। ਹਾਂਜੀ, ਧਰਨ ਕਿ ਧਰਨ ਕੀ ਹੁੰਦਾ। ਤੇ ਸੋ ਇੱਥੇ ਵੈਸਟਰਨ ਮੈਡੀਸਨ ਵਿੱਚ ਕੋਈ ਹੈ ਨਹੀਂ ਇੱਦਾਂ ਦੀ ਚੀਜ਼, ਉਹ ਨਹੀਂ ਮੰਨਦੇ ਹੈਗੇ ਵੀ ਉਹ ਲਫ਼ਜ਼ ਨਹੀਂ ਹੈ ਡਿਕਸ਼ਨਰੀ ਚ, ਲਫ਼ਜ਼ ਹੀ ਹੈ ਨਹੀਂ ਗਾ। ਦੈਟਸ ਰਾਈਟ ਯਾ। ਤੇ ਸੋ ਇਹ ਹੁੰਦਾ ਸੀ ਵੀ ਜਾਂ ਉਹਨਾਂ ਨੂੰ ਵੋਮਿਟਿੰਗ ਕਿਸੇ ਨੂੰ ਹੋਣ ਲੱਗ ਪੈਣੀ, ਜਾਂ ਲੂਸ ਮੋਸ਼ਨਸ ਹੋਣ ਲੱਗ ਪੈਣੇ, ਤੇ ਫਿਰ ਆਪਣੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਪਤਾ ਹੁੰਦਾ ਸੀ ਮਾਲਿਸ਼ ਕਰਕੇ ਇੱਕਦਮ ਠੀਕ ਕਰਨਾ ਹੈ। ਕਿੱਦਾਂ ਕਰਨਾ। ਹਾਂਜੀ ਮਾਲਿਸ਼ ਕਰਦੀਆਂ ਹੁੰਦੀਆਂ ਸੀ। ਤੇ ਇੱਥੇ ਇੱਕ ਕੇਅਰਫੁਲ ਚੀਜ਼ ਹੋਣਾ ਚਾਹੀਦਾ, ਜਦੋਂ ਮਾਲਿਸ਼ ਕਰਨੀ ਬਹੁਤ ਜ਼ੋਰ ਨਾਲ ਮਾਲਿਸ਼ ਨਹੀਂ ਕਰਨੀ ਚਾਹੀਦੀ। ਹਾਂ ਕਿਉਂਕਿ ਜੇ ਤੁਸੀਂ ਜ਼ੋਰ ਨਾਲ ਕਰਦੇ ਹੋ ਨਾ, ਐਸਪੈਸ਼ਲੀ ਯੰਗ ਲੇਡੀਜ਼ ਦੇ, ਤੇ ਉਹਨਾਂ ਯੂਟਰਸ ਹੁੰਦੀ ਉੱਥੇ, ਬੱਚੇਦਾਨੀ ਹੁੰਦੀ ਉਸ ਜਗ੍ਹਾ ਤੇ, ਉਹ ਤੇ ਤੇ ਉਹਨੂੰ ਤੁਸੀਂ ਫਿਰ ਉਹ ਡਿਟੀਰੀਓਰੇਟ ਕਰ ਸਕਦੇ ਆ। ਹਾਂਜੀ ਤੇ ਉਹਦਾ ਜਿਹੜਾ ਫਰਮਨੈਸ ਆ ਨਾ, ਤੇ ਉਹ ਸਟਰਕਚਰ ਆ, ਉਹਨੂੰ ਥੋੜ੍ਹਾ ਜਿਹਾ ਡੈਮੇਜ ਕਰ ਸਕਦੇ ਜ਼ੋਰ ਨਾਲ ਮਸਾਜ ਕਰੋਗੇ। ਸੋ ਕਦੇ ਵੀ ਪੇਟ ਨੂੰ ਬਹੁਤ ਜ਼ੋਰ ਨਾਲ ਮਸਾਜ ਨਹੀਂ ਕਰਨਾ ਹੈਗਾ। ਡਾਕਟਰ ਸਾਹਿਬ ਮੈਨੂੰ ਤੁਸੀਂ ਸੁਣਾਓ, ਜਿਹੜੇ ਆਪਣੇ ਕਰਦੇ ਨੇ ਜਿਹੜਾ ਮਾਲਿਸ਼ 'ਚ ਵਿੱਚ ਐਕਸਪਰਟ ਹੁੰਦੇ ਨੇ ਉਹਨਾਂ ਨੂੰ, ਪਰ ਉਹਨਾਂ ਨੂੰ ਅੰਦਰ ਬੋਡੀ ਪਾਰਟ ਪਤਾ ਹੁੰਦਾ, ਜਿੱਦਾਂ ਤੁਸੀਂ ਦੱਸਿਆ ਯੂਟਰਸ ਹੁੰਦਾ, ਉੱਥੇ ਕੀ ਹੁੰਦਾ, ਡੂ ਦੇ ਰੀਅਲੀ ਨੋ ਕਿ ਜੇ ਮੈਂ ਇਹਨੂੰ ਇੱਦਾਂ ਕਰਾਂਗਾ ਤੇ ਉਹਦੇ ਪਿੱਛੇ ਇਹ ਪਾਰਟ ਹੈਗਾ, ਉਹਨੂੰ ਨੁਕਸਾਨ ਹੋਏਗਾ। ਮੇਰੇ ਖਿਆਲ ਜਿਹੜੇ ਪ੍ਰੋਫੈਸ਼ਨਲੀ ਟ੍ਰੇਨਡ ਹੈਗੇ ਆ, ਉਹਨਾਂ ਨੂੰ ਤਾਂ ਨੌਲੇਜ ਹੋਏਗੀ। ਉਹਨਾਂ ਨੂੰ ਤਾਂ ਹੋਏਗੀ। ਹਾਂਜੀ ਜਿਹੜੇ ਆਪੇ ਬਣ ਜਾਂਦੇ ਮਸਾਜ ਕਰਨ ਵਾਲੇ, ਉਹਨਾਂ ਨੂੰ ਤਾਂ ਨਹੀਂ ਹੋਏਗੀ ਨੌਲੇਜ। ਸੋ ਹੈਵ ਟੂ ਬੀ ਕੇਅਰਫੁਲ ਦੇਅਰ। ਆਪਾਂ ਗੱਲ ਜਾਰੀ ਰੱਖਦੇ, ਇੱਕ ਦਫਾ ਹੋਰ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੈਂ ਅਮਰ ਬੋਲ ਰਿਹਾ ਆਪਣੇ ਲੰਡਨ ਤੋਂ। ਜੀ ਸਵਾਗਤ ਕਰਦੇ ਅਮਰ ਜੀ। ਡਾਕਟਰ ਸਾਹਿਬ ਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਜੀ ਮੇਰੇ ਕੀ ਹੁੰਦਾ, ਮੈਂ ਜਿਹੜੇ ਨੋਜ਼ ਬਲੋ ਕਰਦਾ ਨਾ, ਤੇ ਉਹ ਆਪਣੇ ਵਿੱਚ ਨਾਲ ਥੋੜਾ ਬਲੱਡ ਦਾ ਕਲੌਟ ਜਿਹਾ ਆਉਂਦਾ। ਹਾਂਜੀ ਤੇ ਮੈਂ ਆਪਣੇ ਡਾਕਟਰ ਨੂੰ ਗਿਆ, ਉਹਨੇ ਮੈਨੂੰ ਮੈਡੀਸਿਨ ਦੇਤੀ, ਮੈਨੂੰ ਕਹਿੰਦੀ ਤੂੰ ਬਹੁਤ ਜ਼ੋਰ ਨਾਲ ਬਲੋ ਕਰਦਾ ਤਾਂ ਆਉਂਦਾ। ਅੱਛਾ ਜੀ। ਸੌਰੀ, ਕਿਉਂਕਿ ਪਤਾ ਕਿੱਦਾਂ ਹੋ ਜਾਂਦਾ ਡਾਕਟਰ ਜੀ, ਹੁਣ ਕਈ ਲੋਕੀ ਤਾਂ ਬੜੀ ਜ਼ੋਰ ਤੇ ਕਰਦੇ। ਇਹ ਕੀ ਹੋ ਸਕਦਾ ਦੱਸੋ ਤੁਸੀਂ। ਸੋ ਹੋ ਸਕਦਾ ਵੀ ਤੁਸੀਂ ਕੋਈ ਗਰਮ ਚੀਜ਼ ਖਾਂਦੇ ਭਾਜੀ। ਗਰਮ ਚੀਜ਼ ਖਾਂਦੇ। ਹਾਂਜੀ ਤੁਹਾਡੀ ਬੋਡੀ ਵਿੱਚ ਥੋੜੀ ਜਿਹੀ ਗਰਮੈਸ਼ ਜ਼ਿਆਦਾ ਰਹਿੰਦੀ ਆ। ਹਾਂਜੀ ਤੇ ਉਹਦੇ ਨਾਲ ਈਜ਼ੀ ਨੋਜ਼ ਬਲੀਡ ਹੋ ਜਾਂਦਾ ਭਾਜੀ, ਥੋੜੇ ਜਿਹਾ ਜ਼ੋਰ ਨਾਲ ਲਾਉਣ ਨਾਲ ਨੋਜ਼ ਬਲੀਡ ਹੋਣ ਲੱਗ ਪੈਂਦਾ। ਮੈਨੂੰ ਨੀਅਰਲੀ 2 ਹਫ਼ਤੇ ਹੋ ਗਏ ਉਹ ਮੈਡੀਸਿਨ ਲੈਂਦੇ ਨੂੰ, ਤੇ ਮੈਂ ਹੁਣ ਬਹੁਤ ਸੌਫਟਲੀ ਕਰਦਾ। ਹਾਂਜੀ ਪਰ ਉਹ ਫੇਰ ਵੀ ਨਹੀਂ, ਕਿਤੇ ਨਾ ਕਿਤੇ ਆ ਹੀ ਜਾਂਦਾ। ਹਾਂਜੀ ਸੋ ਤੁਸੀਂ ਗਰਮ ਚੀਜ਼ਾਂ ਘਟਾ ਦਿਓ ਆਪਣੀਆਂ, ਠੀਕ ਹੋ ਜਾਊਗਾ ਜੀ। ਓਕੇ। ਜੇ ਨਾ ਹੋਏ ਤਾਂ ਸਾਨੂੰ ਦੱਸ ਦਿਓ, ਦਵਾਈ ਦੇ ਦਾਂਗੇ। ਓਕੇ ਆਲਰਾਈਟ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਤੇ ਡਾਕਟਰ ਸਾਹਿਬ ਇਹਦੀ ਜਦੋਂ ਕੋਈ ਬੜੇ ਆਪਣੀ ਖਾਂਦੇ ਐਸਪਿਰਿਨ ਵਗੈਰਾ ਵੀ ਬਲੱਡ ਥਿਨ ਕਰਨ ਨੂੰ, ਜੇ ਉਹ ਵੀ ਤੁਸੀਂ ਐਕਸੈਸਿਵ ਲਵੋ, ਉਹਦੇ ਨਾਲ ਤੇ ਬਲੀਡਿੰਗ ਈਜ਼ੀ ਹੋ ਜਾਂਦੀ। ਈਜ਼ੀ ਬਲੀਡਿੰਗ ਹੋ ਜਾਂਦੀ ਹੈ। ਜ਼ਿਆਦਾ ਐਸਪਿਰਿਨ ਖਾ ਲਓ, ਜਾਂ ਵੋਫਰਿਨ ਹੁੰਦੀ ਜਿਹੜੀ ਬਲੱਡ ਥਿਨਰ, ਉਹਦਾ ਤੁਸੀਂ ਓਵਰਡੋਜ਼ ਕਰ ਲਓ ਨਾ, ਉਹ ਨੱਕ ਉੱਦਾਂ ਹੀ ਨੱਕ ਚੋਂ ਪਾਣੀ ਬਲੱਡ ਆਉਣ ਲੱਗ ਪੈਂਦਾ, ਬਲੱਡ ਆਉਣ ਲੱਗ ਜਾਂਦਾ। ਬਹੁਤ ਈਜ਼ੀ ਬਲੀਡਿੰਗ। ਤੇ ਇਸੇ ਕਰਕੇ ਵੋਫਰਿਨ ਜਿਹੜੀ ਉਹ ਬੜੀ ਡੇਂਜਰਸ ਚੀਜ਼ ਹੈ ਮੰਨਿਓ। ਉਹਦਾ ਤਾਂ ਹੀ ਐਵਰੀ ਵੀਕ ਉਹਨੂੰ ਚੈੱਕ ਕਰਨਾ ਪੈਂਦਾ। ਬਿਲਕੁਲ ਬਲੱਡ ਠੀਕ ਹੈ, ਨਹੀਂ ਤਾਂ ਤੁਹਾਡੀ ਐਕਸੈਸਿਵ ਬਲੀਡਿੰਗ ਹੋ ਸਕਦਾ ਹੈ, ਤੇ ਅੰਦਰ ਇੰਟਰਨਲ ਆਰਗਨਸ ਵੀ ਬਲੀਡਿੰਗ ਕਰ ਸਕਦੇ ਆ, ਤੇ ਉਹ ਬਹੁਤ ਕੇਅਰਫੁਲ ਹੋਣਾ ਪੈਂਦਾ ਵੋਫਰਿਨ ਦੇ ਨਾਲ। ਹਾਂਜੀ ਹੁਣ ਅੱਛਾ, ਧਰਨ ਪੈਂਦੀ ਕਿੱਦਾਂ ਕਿੱਦਾਂ ਹੁੰਦੀ ਹੈ? ਹਾਂਜੀ ਸੋ ਧਰਨ ਹੈਗਾ ਐਕਚੁਅਲੀ ਕੀ ਹੋ ਜਾਂਦਾ ਹੈ ਵੀ ਤੁਹਾਡੇ ਜਿਹੜਾ ਡਿਸਪਲੇਸਮੈਂਟ ਹੋ ਜਾਂਦੀ ਆ, ਤੇ ਇਹ ਕਈ ਵਾਰੀ ਉਹ ਮੈਜਰਮੈਂਟ ਕਰਦੇ ਹੁੰਦੇ ਧੁੰਨੀ ਤੋਂ ਲੱਗ ਕੇ, ਹੈ ਨਾ, ਧਾਗਾ ਇਹ ਗੂਠੇ ਤੱਕ, ਪੈਰ ਦੇ ਗੂਠੇ ਤੱਕ ਮਿਲਣਾ। ਹਾਂਜੀ ਇੱਕ ਇੱਧਰਲੇ ਪਾਸਿਓਂ ਮਿਲਣਾ ਤੇ ਉਧਰਲੇ ਪਾਸਿਓਂ ਮਿਲਣਾ। ਜੇ ਉਹ ਸੇਮ ਨਾ ਹੋਇਆ ਮੈਜਰਮੈਂਟ, ਇਹਦਾ ਮਤਲਬ ਤੁਹਾਨੂੰ ਧਰਨ ਆ। ਓ ਮਾਈ ਗॉड, ਰੀਅਲੀ? ਹਾਂ, ਇਹਦਾ ਮਤਲਬ ਧੁੰਨੀ ਹਿਲ ਚੁੱਕੀ ਆ। ਹਾਂਜੀ ਦੈਟਸ ਅ ਵੇ ਟੂ ਟੈਲ। ਤੇ ਐਕਚੁਅਲੀ ਕੀ ਹੁੰਦਾ ਆ, ਉਹ ਧੁੰਨੀ ਨਹੀਂ ਹਿਲਦੀ ਹੁੰਦੀ, ਜਿਹੜਾ ਉੱਥੇ ਐਨਰਜੀ ਸੈਂਟਰ ਆ, ਹੈ ਨਾ,
ਉਹ ਹਿੱਲ ਜਾਂਦਾ ਆ। ਹਾਂ। ਹਾਂਜੀ, ਸੋ ਇਹ ਸੂਖਸ਼ਮ ਸਰੀਰ ਤੇ ਗੱਲ ਆ ਜਾਂਦੀ ਹੈ। ਐਨਰਜੀ ਸੈਂਟਰ ਜਿਹੜਾ ਐਨਰਜੀ ਬੋਡੀ ਦਾ ਉਹ ਥੋੜ੍ਹਾ ਜਿਹਾ ਹਿੱਲ ਜਾਂਦਾ ਹੈ। ਅਤੇ ਉਹ ਕਿਉਂ ਹਿੱਲਦਾ ਹੈ? ਨੰਬਰ 1 ਸਟਰੈਸ ਕਰਕੇ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਸਟਰੈਸ ਤੁਹਾਡੀ ਸਾਰੀ ਇੱਥੇ ਸਟਮਕ ਵਿੱਚ ਜਾਂਦੀ ਪਹਿਲਾਂ, ਹੈ ਨਾ। ਅਤੇ ਦੂਸਰਾ ਹੁੰਦਾ ਵੀ ਤੁਸੀਂ ਕੋਈ ਭਾਰੀ ਚੀਜ਼ ਲਿਫਟ ਕਰ ਲਈ ਆ, ਹਾਂਜੀ, ਉਹਦੇ ਨਾਲ ਸਟ੍ਰੇਨ ਦੇ ਨਾਲ ਵੀ ਤੁਹਾਡਾ ਜਿਹੜੀਆਂ ਇੰਟੈਸਟੀਨਸ ਹਿੱਲ ਸਕਦੀਆਂ, ਜਾਂ ਐਨਰਜੀ ਬੋਡੀ ਜੇ ਉੱਥੇ ਐਨਰਜੀ ਸੈਂਟਰ ਹਿੱਲ ਸਕਦਾ, ਹਾਂਜੀ। ਅਤੇ ਕੋਈ ਸ਼ੌਕ ਲੱਗਾ ਤੁਹਾਨੂੰ, ਬਹੁਤ ਸੀਵੀਅਰ ਸ਼ੌਕ, ਉਹਦੇ ਨਾਲ ਵੀ ਹੋ ਸਕਦਾ। ਸੋ ਇਮੋਸ਼ਨਸ ਜਿਹੜੇ ਆ ਬਹੁਤ ਹੀ ਇੰਪੋਰਟੈਂਟ ਆ। ਅਤੇ ਫਿਰ ਇਹਨੂੰ ਜਿੱਦਾਂ ਮੈਂ ਦੱਸਦਾ ਪਈ ਵੀ ਮਸਾਜ ਕਰਕੇ ਕਈ ਵਾਰੀ ਠੀਕ ਕਰ ਦਿੰਦੀ ਹਾਂ। ਅਤੇ ਬਾਕੀ ਹੋਮਿਓਪੈਥਿਕ ਦਵਾਈਆਂ ਉਹ ਐਨਰਜੀ ਲੈਵਲ 'ਤੇ ਕਮੀ ਕਰਦੀਆਂ, ਹਾਂਜੀ, ਉਹਨਾਂ ਨਾਲ ਵੀ ਰਿਲੀਫ ਮਿਲ ਜਾਂਦਾ। ਸੋ ਇਰੀਟੇਬਲ ਬਾਊਲ ਨੂੰ ਤੁਸੀਂ ਇਹ ਵੀ ਕਹਿ ਸਕਦੇ ਵੀ ਸ਼ਾਇਦ ਧਾਰਨ ਹੋ ਸਕਦੀ ਹੈ, ਹਾਂਜੀ। ਭਾਜੀ ਕੋਈ ਐਕਸਰੇ ਨਹੀਂ, ਕੋਈ ਕੁਝ ਨਹੀਂ ਹੈਗਾ, ਕੋਈ MRI ਨਹੀਂ ਹੈਗੀ, ਧਾਗਾ ਲੈ ਕੇ ਔਰ ਬਈ ਕਰ ਲਓ ਹੈ। ਹਾਂਜੀ, ਇਹ ਹੈਗਾ ਪੁਰਾਣਾ ਮੈਥਡ ਹੈ। ਕਿਆ ਕਮਾਲ ਦੀ ਗੱਲ ਹੈ ਯਾਰ। ਅਤੇ ਬਾਕੀ ਹੈਗਾ ਅਲਸਰੇਟਿਵ ਕੋਲਾਈਟਿਸ। ਸੋ ਅਲਸਰੇਟਿਵ ਕੋਲਾਈਟਿਸ ਜਿਹੜਾ ਇਹ ਅੱਜ ਕੱਲ੍ਹ ਬਹੁਤ ਕਾਮਨ ਹੋ ਰਿਹਾ, ਅਤੇ ਇਹ ਹੈਗਾ ਵੀ ਸਟਰੈਸ ਰਿਲੇਟਡ ਆ। ਅਤੇ ਜਿਹੜਾ ਇਮਿਊਨ ਸਿਸਟਮ ਹੈ ਉਹ ਆਪਣੀ ਬੋਡੀ ਨੂੰ ਆਪੇ ਅਟੈਕ ਕਰਨ ਲੱਗ ਪੈਂਦਾ, ਹਾਂਜੀ। ਅਤੇ ਇੱਥੇ ਫਿਰ ਜ਼ਿਆਦਾ ਹੁੰਦਾ ਆ ਇਹ ਅਲਸਰੇਟਿਵ ਕੋਲਾਈਟਿਸ ਕੋਲੋਨ ਵਿੱਚ ਹੁੰਦਾ, ਜਿਹੜਾ ਲਾਰਜ ਇੰਟੈਸਟਿਨ ਹੈ। ਅਤੇ ਇਹਦੇ ਵਿੱਚ ਸੋਜ ਪੈ ਜਾਂਦੀ ਆ। ਜਦੋਂ ਸੋਜ ਪੈਂਦੀ ਫਿਰ ਉੱਥੇ ਛਾਲੇ ਵੀ ਹੋ ਸਕਦੇ ਆ, ਛਾਲੇ ਹੋ ਜਾਂਦੇ ਆ, ਫਿਰ ਬਲੀਡਿੰਗ ਹੋਣ ਲੱਗ ਪੈਂਦੀ ਹੈ। ਅਤੇ ਇਹ ਜਿਹੜੀ ਬਲੀਡਿੰਗ ਹੈ ਇਹ ਕਾਫੀ ਸੀਰੀਅਸ ਹੋ ਸਕਦੀ ਆ। ਬਿਲਕੁਲ, ਹਾਂਜੀ। ਅਤੇ ਉਦੋਂ ਫਿਰ ਜਦੋਂ ਟੋਇਲਟ ਜਾਂਦਾ ਹੈ ਬੰਦਾ ਅਤੇ ਕਾਫੀ ਬਲੱਡ ਨਿਕਲਦਾ, ਅਤੇ ਮਿਊਕਸ ਵੀ ਨਿਕਲ ਸਕਦੀ ਆ। ਆਪਾਂ ਗੱਲ ਕਰਦੇ ਥੋੜ੍ਹਾ ਬਹੁਤ ਇੰਪੋਰਟੈਂਟ। ਦੇਖੋ ਮੈਂ ਡਾਕਟਰ ਜੀ ਦੀ ਗੱਲ ਸਟਾਪ ਕਰਕੇ ਨਾ ਪਹਿਲਾਂ ਅਸੀਂ ਕਾਲ ਲੈਂਦੇ, ਬਿਕੋਜ਼ ਸ਼ੋਅ ਤੁਹਾਡੇ ਕਰਕੇ ਇੱਜ਼ਤ ਕਰਦੇ ਹਾਂ, ਕਿਉਂਕਿ ਤੁਸੀਂ ਕਾਲ ਕਰਦੇ ਹੋ, ਤੁਹਾਡਾ ਭਲਾ ਹੋਵੇ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ ਜੀ? ਹਾਂਜੀ ਪਾਲੀ ਜੀ। ਹਾਂਜੀ, ਮੈਂ ਗੁਰਦੇਵ ਸਿੰਘ ਰਾਏ ਤੋਂ ਬੁਲਿਜ ਤੋਂ ਲੰਡਨ। ਹਾਂ। ਤੇ ਮੈਂ ਪੁੱਛਣਾ ਥੋੜਾ ਬਾਰੇ ਜਾਣੇ ਪਾਓ, ਕੁਝ ਜਿਹੜੇ ਫਰੈਂਡਸ ਵੀ ਉਹ ਸਾਰੇ ਕਹਿੰਦੇ ਡਾਕਟਰ ਸਾਹਿਬ ਨੂੰ ਪੁੱਛੋ ਥੋੜਾ ਜਿਹਾ, ਜਿਹੜੀ ਕੌਂਸਟੀਪੇਸ਼ਨ ਜਾਂ ਕਬਜ਼ ਜਿਹਨੂੰ ਕਹਿੰਦੇ ਆਪਾਂ, ਉਹਦੇ ਬਾਰੇ ਥੋੜਾ ਜਿਹਾ ਡਾਕਟਰ ਸਾਹਿਬ ਦੱਸਣ ਕੁਝ ਕਮੈਂਟਾਂ 'ਚ, ਤਾਂ ਕਿ ਉਹ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਵੀ, ਕਿਉਂਕਿ ਜਿਹੜੀ ਐਲੋਪੈਥੀ ਉਹ ਕਈ ਵਾਰੀ ਕੰਮ ਨਹੀਂ ਕਰਦੀਆਂ ਬਾਲਾ। ਤੁਸੀਂ ਸਫਰ ਕਰਦੇ ਹੋ ਕਿ ਤੁਸੀਂ ਉਹਦਾ ਹੀ ਸਵਾਲ ਹੀ ਪੁੱਛ ਰਹੇ ਹੋ? ਨਹੀਂ, ਮੈਂ ਵੀ ਥੋੜਾ ਵਾਲਾ ਹੈ ਤਲੀ ਪੀਤਾ। ਹਾਂਜੀ, ਚਲੋ ਠੀਕ ਹੈ। ਕੋਈ ਹੋਰ ਸਵਾਲ ਤਾਂ ਨਹੀਂ ਹੈਗਾ ਕੋਈ ਪੁੱਛਣ ਵਾਲਾ? ਨਹੀਂ, ਬਸ ਆਹ ਹੀ ਜੇ ਇਹਦੇ ਤੇ ਕੋਈ ਦੇਸੀ ਜਾਂ ਹੋਰ ਉਹਨਾਂ ਦਾ ਆਪਣੀ ਦਵਾਈ ਜਾਂ ਕੋਈ ਕੰਮ। ਚਲੋ ਠੀਕ ਹੈ ਡਾਕਟਰ ਸਾਹਿਬ। ਠੀਕ ਹੈ, ਹਾਂਜੀ ਭਾਜੀ। ਸੋ ਆਪਾਂ ਪ੍ਰੋਗਰਾਮ ਵੀ ਕੀਤਾ ਸੀ ਪਹਿਲਾਂ ਕੌਂਸਟੀਪੇਸ਼ਨ 'ਤੇ, ਅਤੇ ਉਹ YouTube 'ਤੇ ਹੈਗਾ ਜੇ ਦੇਖਣਾ ਹੋਇਆ। ਅਤੇ ਖਾਸ ਕਰਕੇ ਕੌਂਸਟੀਪੇਸ਼ਨ ਹੁੰਦੀ ਨੰਬਰ 1 ਤਾਂ ਡੀਹਾਈਡਰੇਸ਼ਨ, ਪਾਣੀ ਨਹੀਂ ਇਨਫ ਲੋਕੀ ਪੀਂਦੇ ਹੈਗੇ। ਕਈ ਦਵਾਈਆਂ ਹੁੰਦੀਆਂ ਐਲੋਪੈਥਿਕ, ਉਹਨਾਂ ਦੇ ਨਾਲ ਕੌਂਸਟੀਪੇਸ਼ਨ ਹੋ ਜਾਂਦੀ, ਜਿੱਦਾਂ ਪੇਨ ਕਿਲਰਸ ਹੁੰਦੇ ਆ, ਉਹਨਾਂ ਵਿੱਚ ਕੋਡੀਨ ਹੁੰਦੀ ਆ, ਅਤੇ ਉਹਦੇ ਨਾਲ ਕੌਂਸਟੀਪੇਸ਼ਨ ਪੈ ਜਾਂਦੀ ਆ। ਅਤੇ ਬਾਕੀ ਹੁੰਦਾ ਵੀ ਉਹ ਜਦੋਂ ਖੁਰਾਕ ਜਿਹੜੀ ਖਾਂਦੇ ਆ ਉਹ ਫਾਈਬਰ ਨਹੀਂ ਇਨਫ ਹੈਗਾ, ਬੂਰਾ ਇਨਫ ਨਹੀਂ ਹੈਗਾ ਉਹਨਾਂ ਦੇ, ਜਿੱਦਾਂ ਚਿੱਟਾ ਆਟਾ ਖਾਂਦੇ ਆ। ਅਤੇ ਬਹੁਤ ਹੀ ਲੋਕ ਹੁਣ ਮਿਕਸਡ ਆਟੇ ਜਿਹੜੇ ਉਹ ਖਾਂਦੇ ਆ, ਕਾਫੀ ਫਰਕ ਹੈ। ਹਾਂਜੀ, ਜੇ ਤੁਸੀਂ ਉਹਨਾਂ ਨੂੰ ਛਾਣ ਕੇ ਦੇਖੋ ਮਿਕਸਡ ਆਟੇ ਨੂੰ, ਉਹਦੇ ਵਿੱਚ ਬੂਰਾ ਨਹੀਂ ਹੁੰਦਾ ਜੀ, ਕੋਈ ਫਾਈਬਰ ਨਹੀਂ ਹੁੰਦਾ। ਅਤੇ ਆਂਦਰਾਂ ਨੂੰ ਕੰਮ ਕਰਨ ਲਈ ਬੂਰਾ ਜ਼ਰੂਰੀ ਹੈ, ਹਾਂਜੀ, ਉਹਨੂੰ ਗ੍ਰਿਪ ਕਰਨ ਲਈ ਫਾਈਬਰ ਚਾਹੀਦਾ ਆ। ਅਤੇ ਜੇ ਤੁਸੀਂ ਚਿੱਟੇ ਆਟੇ ਖਾਂਦੇ ਆ ਤਾਂ ਆਂਦਰਾਂ ਕੰਮ ਨਹੀਂ ਕਰਦੀਆਂ, ਕੌਂਸਟੀਪੇਸ਼ਨ ਪੈ ਜਾਂਦਾ, ਹਾਂਜੀ। ਸੋ ਇਹ ਮੇਨ ਕਾਜ਼ਜ਼ ਹੁੰਦੇ ਆ। ਹੋਰ ਕਈ ਕਾਜ਼ਜ਼ ਹੋ ਸਕਦੇ, ਕਈ ਦਵਾਈਆਂ ਐਲੋਪੈਥਿਕ ਜਿਹੜੀਆਂ ਉਹ ਵੀ ਕੌਂਸਟੀਪੇਸ਼ਨ ਕਰਦੀਆਂ। ਪਰ ਜੀ ਜਿਹੜੇ ਦਵਾਈਆਂ ਕਰਦੇ ਤੇ ਉਹਦਾ ਤੁਸੀਂ ਕੀ ਕਰ ਸਕਦੇ? ਕਿਉਂਕਿ ਉਹ ਤਾਂ ਖਾਣੀਆਂ ਪੈਂਦੀਆਂ ਨੇ, ਫਿਰ ਕੌਂਸਟੀਪੇਸ਼ਨ ਹੁੰਦੀ ਤਾਂ ਉਹਦਾ ਕੀ ਕਰ ਸਕਦੇ ਹੋ ਤੁਸੀਂ? ਹਾਂਜੀ, ਫਿਰ ਤੁਸੀਂ ਆਪਣੀ ਜਿਹੜੀ ਤੁਹਾਡੀ ਬਿਮਾਰੀ ਹੈ ਉਹਦਾ ਪ੍ਰੋਪਰ ਇਲਾਜ ਹੋਣਾ ਚਾਹੀਦਾ, ਵੀ ਤੁਸੀਂ ਪੇਨ ਕਿਲਰਸ 'ਤੇ ਨਾ ਡਿਪੈਂਡੈਂਟ ਹੋਵੋ, ਹੈ ਨਾ। ਅਤੇ ਜਾਂ ਫਿਰ ਤੁਸੀਂ ਜੇ ਜ਼ਰੂਰੀ ਖਾਣੇ ਆ ਪੇਨ ਕਿਲਰਸ ਤੋਂ, ਹੁਣ ਅੱਜ ਕੱਲ੍ਹ ਪੈਚਿਸ ਵੀ ਮਿਲਦੇ ਆ, ਹਾਂਜੀ, ਉਹਦੇ ਵਿੱਚ ਪੇਨ ਕਿਲਰ ਪੈਚਿਸ ਪਾਏ ਹੁੰਦੇ ਆ, ਅਤੇ ਉਹ ਸਿੱਧਾ ਬਲੱਡ ਸਟਰੀਮ 'ਚ ਚੱਲ ਜਾਂਦੇ ਸਕਿਨ ਦੇ ਥਰੂ। ਅੱਛਾ। ਸੋ ਫਿਰ ਤੁਹਾਨੂੰ ਗੋਲੀ ਖਾਣ ਦੀ ਲੋੜ ਨਹੀਂ ਪੈਂਦੀ। ਅੱਛਾ, ਉਹ ਪੈਚਿਸ ਜਿਹੜੇ ਹੁੰਦੇ ਨੇ, ਪੈਚਿਸ ਵੀ ਕੰਟਰੋਲ ਕਰਦੇ ਆ। ਸੋ ਇੱਦਾਂ ਵੀ ਤੁਸੀਂ ਪ੍ਰੋਬਲਮ ਨੂੰ ਓਵਰਕਮ ਕਰ ਸਕਦੇ। ਸੋ ਇੱਦਾਂ ਦੇ ਮੈਥਡਸ ਹੈਗੇ ਆ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਤੁਹਾਡੇ ਦੀ ਗੱਲ ਕਰ ਰਹੇ ਸੀਗੇ ਹੋਰ? ਸੋ ਅਲਸਰੇਟਿਵ ਕੋਲਾਈਟਿਸ 'ਤੇ ਆ ਗਏ ਆਪਾਂ, ਅਤੇ ਉੱਥੇ ਫਿਰ ਅਲਸਰੇਟਿਵ ਕੋਲਾਈਟਿਸ 'ਤੇ ਪੇਨ ਵੀ ਹੁੰਦਾ ਆ ਅੰਦਰਾਂ ਵਿੱਚ, ਅਤੇ ਬਲੀਡਿੰਗ ਹੁੰਦੀ ਆ, ਅਤੇ ਮਿਊਕਸ ਵੀ ਪਾਸ ਹੁੰਦੀ ਆ। ਅਤੇ ਇੱਥੇ ਫਿਰ ਡਾਕਟਰ ਤੁਹਾਨੂੰ ਦੇਣਗੇ ਕੁਆਇਟ ਸਟਰੋਂਗ ਮੈਡੀਸਨ ਦਿੰਦੇ ਆ ਜੀ। ਅਤੇ ਜੇ ਇਨਫੈਕਸ਼ਨ ਹੋ ਜਾਵੇ ਫਿਰ ਐਂਟੀਬਾਇਓਟਿਕ ਵੀ ਦੇਣੇ ਪੈਂਦੇ ਆ, ਨਹੀਂ ਤਾਂ ਫਿਰ ਜੇ ਜ਼ਿਆਦਾ ਸਵੇਅਰ ਅਟੈਕਸ ਹੋਣ, ਹੈ ਨਾ, ਕਿਉਂਕਿ ਤੁਸੀਂ 20 ਵਾਰੀ ਟੋਇਲਟ ਜਾ ਸਕਦੇ ਇੱਕ ਦਿਨ 'ਚ, ਹਾਂਜੀ, ਅਤੇ ਬੋਡੀ ਐਗਜ਼ੌਸਟ ਹੋ ਸਕਦੀ ਹੈ, ਅਤੇ ਕੋਲੈਪਸ ਵੀ ਬੰਦਾ ਹੋ ਸਕਦਾ, ਹਾਂਜੀ, ਖੂਨ ਪੈਂਦਾ ਰਹਿੰਦਾ ਕਰਕੇ।
ਤੇ ਉਹ ਫਿਰ ਤੁਹਾਨੂੰ ਦਿੰਦੇ ਸਟੈਰੋਇਡ ਦਿੰਦੇ, ਇੱਕ ਕੋਰਸ ਕਰਾਉਂਦੇ ਸਟੈਰੋਇਡ ਦਾ। ਤੇ ਤੁਹਾਨੂੰ ਪਤਾ ਸਟੈਰੋਇਡ ਜਿਹੜੀ ਬੜੀ ਸਟਰੋਂਗ ਦਵਾਈ ਹੁੰਦੀ ਆ, ਤੇ ਪਰ ਉਹ ਥੋੜ੍ਹੇ ਦਿਨਾਂ 'ਚ ਕੰਡੀਸ਼ਨ ਕੰਟਰੋਲ ਕਰ ਲੈਂਦੇ ਆ। ਫਿਰ ਤੁਹਾਨੂੰ ਪਰਮਾਨੈਂਟ ਲਾਉਂਦੇ ਜਾਂ ਐਜ਼ਾਥਾਇਓਪ੍ਰਿਨ ਜਾਂ ਮਿਸਾਲਾਜ਼ੀਨ ਦਵਾਈਆਂ ਜਿਹੜੀਆਂ, ਤੇ ਇਹ ਇਮਿਊਨ ਸਿਸਟਮ ਨੂੰ ਥੋੜ੍ਹਾ ਜਿਹਾ ਸਪਰੈਸ ਕਰਕੇ ਰੱਖਦੀਆਂ। ਤੇ ਇੱਦਾਂ ਫਿਰ ਇਮਿਊਨ ਸਿਸਟਮ ਸਪਰੈਸ ਹੋ ਜਾਂਦਾ, ਫਿਰ ਤੁਹਾਨੂੰ ਖਤਰਾ ਰਹਿੰਦਾ ਵੀ ਕੋਈ ਇਨਫੈਕਸ਼ਨ ਜੇ ਹੋ ਗਿਆ, ਫਿਰ ਤੁਹਾਡਾ ਇਮਿਊਨ ਸਿਸਟਮ ਉਹਨੂੰ ਫਾਈਟ ਨਹੀਂ ਕਰ ਸਕਦਾ। ਦੈਟਸ ਅ ਪ੍ਰੋਬਲਮ। ਹਾਂਜੀ, ਤੇ ਹੁਣ ਕੁਛ ਨਵੀਆਂ ਦਵਾਈਆਂ ਨਿਕਲੀਆਂ, ਉਹ ਬਹੁਤ ਹੀ ਜ਼ਿਆਦਾ ਸਟਰੋਂਗ ਆ, ਤੇ ਉਹ ਜਿਹੜੇ ਬਹੁਤ ਜ਼ਿਆਦਾ ਸਵੇਅਰ ਕੇਸ ਆ ਅਲਸਰੇਟਿਵ ਕੋਲਾਈਟਿਸ ਦੇ, ਉਹਨਾਂ ਨੂੰ ਫਿਰ ਉਹ ਬਹੁਤ ਸਟਰੋਂਗ ਦਵਾਈਆਂ ਦਿੰਦੇ ਆ, ਉਹ ਬਿਲਕੁਲ ਇਮਿਊਨ ਸਿਸਟਮ ਨੂੰ ਦਬਾਉਂਦੀਆਂ, ਤੇ ਪਰ ਕਿਉਰ ਨਹੀਂ ਕਰ ਸਕਦੀਆਂ। ਦੈਟਸ ਦਾ ਪ੍ਰੋਬਲਮ। ਹਾਂਜੀ, ਸੋ ਹੋਮਿਓਪੈਥੀ ਵਿੱਚ ਅਸੀਂ ਇਹੀ ਦੇਖੀਦਾ ਪਹਿਲਾਂ ਵੀ ਇਹ ਸ਼ੁਰੂ ਕਿੱਦਾਂ ਹੋਈ ਪ੍ਰੋਬਲਮ, ਬਿਲਕੁਲ ਕੀ ਇਹਦਾ ਕੌਜ਼ ਆ, ਤੇ ਜੇ ਕੋਈ ਇਮੋਸ਼ਨ ਹੋਊਗਾ ਅਸੀਂ ਇਮੋਸ਼ਨ 'ਤੇ ਦਵਾਈ ਦੇ ਦੀ ਆ। ਹਾਂਜੀ, ਕੋਈ ਸਟ੍ਰੈਸ ਹੋਇਆ, ਤੇ ਜਾਂ ਕੋਈ ਵੀ ਉਹਨੇ ਕੋਈ ਫੂਡ ਆਈਟਮ ਖਾ ਲਿਆ ਸੀ ਜਿਹੜਾ ਖਰਾਬ ਹੋਇਆ ਸੀ। ਹਾਂਜੀ, ਇੱਥੋਂ ਫੂਡ ਪੋਇਜ਼ਨਿੰਗ ਤੋਂ ਵੀ ਸ਼ੁਰੂ ਹੋ ਸਕਦਾ ਹੈ। ਸੋ ਸਾਨੂੰ ਆਈਡੈਂਟੀਫਾਈ ਕਰਨਾ ਪੈਂਦਾ, ਕੋਜ਼ ਲੱਭਣਾ ਜ਼ਰੂਰੀ ਆ, ਪਰ ਹੋਮਿਓਪੈਥਿਕ ਦਵਾਈਆਂ ਹੈਗੀਆਂ ਜਿਹੜੀਆਂ ਇਸ ਕੰਡੀਸ਼ਨ ਨੂੰ ਕੰਟਰੋਲ ਕਰ ਸਕਦੀਆਂ। ਭਾਜੀ ਜਿੱਦਾਂ ਤੁਸੀਂ ਗੱਲ ਕਰਦੇ ਹੋ ਨਾ, ਇਹ ਬਹੁਤ ਇੰਪੋਰਟੈਂਟ ਹੈ। ਤੁਸੀਂ ਕੋਈ ਵੀ ਚੀਜ਼ ਜਿੱਦਾਂ ਮੈਂ ਹੁਣ ਜੇ ਸਿੰਪਲ ਕਰਾਂ, ਦੁੱਧ ਦੀ ਗੱਲ ਕਰ ਲਓ, ਉੱਥੇ ਹਰ ਦੇ ਉੱਪਰ ਡੇਟ ਲਿਖੀ ਹੁੰਦੀ ਹੈ, ਤੇ 1-2 ਦਿਨ ਉੱਪਰ ਚਲੇ ਤਾਂ ਬੰਦਾ ਕਹਿੰਦਾ ਕੋਈ ਨਹੀਂ 2 ਦਿਨ ਹੀ ਹੈ, ਤੇ ਮੈਂ ਅੱਜ ਚਾਹ ਬਣਾ ਲੈਣਾ, ਫਿਰ ਬਾਅਦ 'ਚ ਲੈ ਆਊਂਗਾ। ਤੇ ਉਹ ਜਦ ਉਹਦੀ ਡੇਟ ਲਿਖੀ ਹੈ, ਓਕੇ ਇਟਸ ਨੋਟ ਕਿ 100% ਉਹ ਡੇਂਜਰ ਹੈ, ਪਰ ਜਦ ਡੇਟ ਨਿਕਲ ਗਈ ਕੁਝ ਵੀ ਹੋ ਸਕਦਾ ਉਹਦੇ ਨਾਲ। ਹਾਂ, ਦੈਟਸ ਰਾਈਟ, ਗਾਈਡੈਂਸ ਹੁੰਦੀ ਉਹ, ਗਾਈਡੈਂਸ ਹੁੰਦੀ ਨਾ ਇੱਕ ਤਰ੍ਹਾਂ ਦੀ। ਦੈਟਸ ਰਾਈਟ। ਇਟਸ ਨੋਟ ਅ ਡੈਡਲਾਈਨ, ਪਰ ਤੁਹਾਨੂੰ ਇੱਕ ਤਰ੍ਹਾਂ ਦੀ ਗਾਈਡੈਂਸ ਦਿੱਤੀ ਹੈ। ਗਾਈਡੈਂਸ ਡਾਕਟਰ ਸਾਹਿਬ ਫਿਰ ਗੱਲ ਵਾਪਸ ਉੱਤੇ ਆ ਜਾਂਦੀ ਸਾਰਾ ਕੁਝ ਕਿ ਬੰਦੇ ਪੱਤੇ ਹਜ਼ਮ ਕਰ ਲੈਂਦੇ ਨੇ, ਕਈ ਦਲੀਆਂ ਵੀ ਨਹੀਂ ਹਜ਼ਮ ਕਰ ਸਕਦੇ, ਉਹ ਤਾਂ ਫਿਰ ਬੋਡੀ ਤੇ ਡਿਪੈਂਡ ਕਰਦਾ। ਬੋਡੀ ਤੇ ਡਿਪੈਂਡ ਕਰਦਾ। ਦੈਟਸ ਰਾਈਟ। ਤੇ ਮੈਂ ਇਹ ਵੀ ਦੇਖਿਆ ਭਾਜੀ, ਆਪਾਂ ਇੰਡੀਆ ਨੂੰ ਜਾਈਦਾ ਜਦੋਂ, ਹਾਂਜੀ, ਉੱਥੇ ਕਈ ਚੀਜ਼ਾਂ ਆਪਾਂ ਸੇਮ ਖਾਈਦੀਆਂ ਉਹਨਾਂ ਵਾਲੀਆਂ, ਸਾਡਾ ਢਿੱਡ ਖਰਾਬ ਹੋ ਜਾਂਦਾ, ਉਹਨਾਂ ਨੂੰ ਕੁਛ ਨਹੀਂ ਹੁੰਦਾ। ਬਿਲਕੁਲ। ਤੇ ਪਾਣੀ ਅਸੀਂ ਉੱਥੇ ਦਾ ਪੀ ਲਈ ਆ, ਤੇ ਉਹ ਪਾਣੀ ਸਾਨੂੰ ਪਚਦਾ ਨਹੀਂ, ਉਹਨਾਂ ਨੂੰ ਕੁਛ ਨਹੀਂ ਕਹਿੰਦਾ, ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਇਮਿਊਨ ਹੋ ਚੁੱਕੀ ਆ, ਉਹਨਾਂ ਦੀ ਰੈਜ਼ਿਸਟੈਂਸ ਵੱਧ ਚੁੱਕੀ ਆ, ਹਰ ਵੇਲੇ ਉਹ ਯੂਜ਼ ਕਰਦੇ ਉੱਦਾਂ ਦੀਆਂ ਚੀਜ਼ਾਂ। ਤੇ ਅਸੀਂ ਇੱਥੇ ਟੈਪ ਵਾਟਰ ਸਾਡਾ ਹੁੰਦਾ, ਉਹ 'ਚ ਕੈਮੀਕਲ ਪਾ ਕੇ ਐਨ ਸਟੈਰਾਈਲ ਕੀਤਾ ਹੁੰਦਾ। ਹਾਂਜੀ, ਤੇ ਉੱਥੇ ਜਿਹੜਾ ਉਹਦੇ ਵਿੱਚ ਅਮੀਬਾ ਹੁੰਦਾ ਹੈ, ਬੈਕਟੀਰੀਆ ਹੁੰਦਾ ਹੈ, ਉਹ ਅਸੀਂ ਉਹ ਸਹਿ ਨਹੀਂ ਸਕਦੇ। ਭਾਜੀ ਇੱਕ ਬੜੀ ਅੱਛੀ ਗੱਲ ਕਰਦੇ, ਜਦੋਂ ਉਹਨਾਂ ਨੇ ਵੀ ਗੱਲ ਕੀਤੀ ਭੈਣ ਜੀ ਦਾ, ਜਿਨ੍ਹਾਂ ਦਾ ਕਾਲ ਆਇਆ ਸੀਗਾ ਕਿ ਟੈਨਸ਼ਨ, ਹੁਣ ਟੈਨਸ਼ਨ ਇਨਸਾਨ ਕਿਉਂ ਲੈਂਦਾ, ਕਾਹਤੇ ਲੈਂਦਾ, ਉਹਦਾ ਕੋਈ ਰਿਮੋਟ ਕੰਟਰੋਲ ਨਹੀਂ ਕਿ ਤੁਸੀਂ ਉਹਨੂੰ ਘੱਟ ਕਰ ਲਓ ਜਾਂ ਵੱਧ ਕਰ ਲਓ, ਉਦੋਂ ਤੁਸੀਂ ਕਿਸ ਤਰ੍ਹਾਂ ਕਿੱਦਾਂ ਕਰ ਸਕਦੇ? ਬੜੀ ਮੁਸ਼ਕਿਲ ਆਨਸਰ ਹੈ ਇਹਦਾ। ਪਹਿਲਾਂ ਆਪਾਂ ਕਾਲ ਲੈ ਲੈਂਦੇ, ਫਿਰ ਗੱਲ ਕਰ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ ਭਾਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਲਿਵਿੰਗਸਟਨ ਸਪਾ ਤੋਂ ਬੋਲਦਾ ਜੀ। ਹਾਂਜੀ, ਕੀ ਪੁੱਛਣਾ ਚਾਹੁੰਦੇ? ਬੈਂਸ ਸਾਹਿਬ ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ। ਮੈਂ ਨਾ ਪੁੱਛਣਾ ਚਾਹੁੰਦਾ, ਮੈਨੂੰ ਪ੍ਰੋਬਲਮ ਥੋੜੀ ਜਿਹੀ ਅਸਥਮੇ ਦੀ ਆ, ਤਾਂ ਜਿਹੜੇ ਜਦ ਰੀਸਾ ਸਟਕ ਹੋ ਜਾਂਦੀ ਸਾਡੇ ਉਹ ਲੰਗਸ ਦੇ ਵਿੱਚ, ਫਿਰ ਹਾਰਡ ਹੋ ਕੇ ਥੋੜੀ ਜਿਹੀ ਬਹੁਤ ਹਾਰਡ ਹੋ ਕੇ ਫਿਰ ਨਿਕਲਦੀ ਆ। ਹਾਂਜੀ ਭਾਈ, ਔਖਾ ਹੋਣਾ ਪੈਂਦਾ। ਹਾਂਜੀ, ਸੋ ਰੇਸ਼ਾ ਤੁਹਾਡੀ ਅੰਦਰ ਜੰਮ ਜਾਂਦੀ ਹੈ, ਇਹ ਪ੍ਰੋਬਲਮ ਹੈ ਜੀ। ਰੇਸ਼ਾ ਤੁਹਾਡੇ ਅੰਦਰ ਜੰਮਦੀ, ਜਾਣੀ ਕਿ ਕੀ ਆ? ਰੇਸ਼ਾ ਤੁਹਾਡੇ ਅੰਦਰ ਜੰਮਦਾ ਨਾ? ਰੇਸ਼ਾ, ਹਾਂਜੀ, ਰੇਸ਼ਾ ਰਹਿੰਦੀ ਹੈ ਥੋੜੀ ਜਿਹੀ। ਹਾਂ। ਹਾਂਜੀ, ਸੋ ਤੁਸੀਂ ਭਾਜੀ ਇਹ ਸੌਂਫ ਕਾੜ ਕੇ ਉਹਦਾ ਪਾਣੀ ਪੀਆ ਕਰੋ, ਤੇ ਸਟੀਮ ਲਿਆ ਕਰੋ। ਮੈਂ ਤੇ ਥੋੜੀ ਜਿਹੀ ਉੱਚੀ ਸੁਣਦਾ। ਭਾਜੀ ਤੁਸੀਂ ਇੱਦਾਂ ਕਰੋ ਕਿ ਮੈਨੂੰ ਲੱਗਦਾ ਤੁਹਾਨੂੰ ਡਿਸਟਰਬੈਂਸ ਹੈਗੀ ਹੈ। ਕੱਲ ਬੁੱਧਵਾਰ ਤੁਸੀਂ 10 ਤੇ 11 ਦੇ ਵਿੱਚ ਤੁਸੀਂ ਡਾਕਟਰ ਨੂੰ ਕਾਲ ਕਰਕੇ ਨਾ ਫਿਰ ਖੁੱਲ੍ਹ ਕੇ ਗੱਲ ਕਰ ਲਿਓ, ਠੀਕ ਹੈ? ਬਾਕੀ ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਜੋ ਨੰਬਰ ਤੁਹਾਨੂੰ ਦਿੱਤਾ ਗਿਆ ਉੱਥੇ ਕਾਲ ਕਰਕੇ, ਇਹ ਹੁਣ ਤੁਹਾਡੀ ਜ਼ਿੰਮੇਵਾਰੀ ਕਾਲ ਕਰਨਾ। ਹੁਣ ਅਸੀਂ ਥੋੜ੍ਹੀ ਬਹੁਤੀ ਗੱਲ ਕਰਦੇ ਹਾਂ, ਅਤੇ ਤੁਸੀਂ TV ਦੇਖੋ, ਫੋਨ ਰੱਖ ਕੇ ਆਪਣਾ TV ਦਾ ਵੋਲਿਊਮ ਲਾਊਡ ਕਰ ਲਓ, ਫਿਰ ਅੱਛੀ ਤਰ੍ਹਾਂ ਸੁਣਾਈ ਦੇਗਾ। ਹਾਂਜੀ ਡਾਕਟਰ ਸਾਹਿਬ, ਇੱਦਾਂ ਦੇ ਕੀ ਕਹਿ ਰਹੇ ਸੀ ਤੁਸੀਂ? ਹਾਂਜੀ, ਮੈਂ ਕਹਿ ਰਿਹਾ ਸੀ ਵੀ ਰੇਸ਼ਾ ਇਹਨਾਂ ਦੇ ਅੰਦਰ ਜੰਮਦੀ ਹੈ ਜਿਹੜੀ, ਹੈ ਨਾ, ਤੇ ਉਹਨੂੰ ਪਤਲੀ ਕਰਨਾ ਪੈਂਦਾ ਆ। ਅੱਛਾ। ਜੇ ਤੁਸੀਂ ਸੌਂਫ ਕਾੜ ਕੇ, ਹੈ ਨਾ, ਉਹਦਾ ਪਾਣੀ, ਸਿਰਫ ਉਹਦਾ ਪਾਣੀ ਪੀਣਾ ਆ, ਤੇ ਉਹਦੇ ਨਾਲ ਰੇਸ਼ਾ ਪਤਲੀ ਹੋ ਜਾਂਦੀ, ਫਿਰ ਈਜ਼ੀ ਨਿਕਲ ਜਾਂਦੀ ਆ। ਤੇ ਇੱਕ ਤੁਸੀਂ ਸਟੀਮ ਲੈ ਸਕਦੇ ਆ। ਹਾਂਜੀ, ਪਾਣੀ ਉਬਾਲ ਲਓ, ਤੇ ਉਹ ਜਿਹੜਾ ਸਟੀਮ ਨਿਕਲਦਾ ਹੈ ਪਾਣੀ 'ਚੋਂ, ਉਹ ਥੋੜ੍ਹਾ ਜਿਹਾ ਭਾਫ਼ ਉਹਦੀ ਲੈ ਲਓ। ਹਾਂਜੀ, ਤੇ ਉਹ ਅੰਦਰ ਜਾਏਗੀ ਤੁਹਾਡੇ ਫੇਫੜਿਆਂ ਦੇ, ਉਹਨਾਂ ਵੀ ਰੇਸ਼ਾ ਈਜ਼ੀ ਨਿਕਲ ਆਉਂਦੀ। ਪਰ ਜਿਹੜੀ ਸੌਂਫ ਹੈ ਡਾਕਟਰ ਸਾਹਿਬ, ਬੜੇ ਲੋਕ ਚਾਹ 'ਚ ਵੀ ਪਾ ਕੇ ਪੀਂਦੇ ਨੇ ਉਹਨੂੰ। ਹਾਂ, ਉਹ ਗੱਲ ਨਹੀਂ ਬਣਦੀ। ਉਹ ਨਹੀਂ ਬਣਦੀ ਹੈ? ਉਹ ਨਹੀਂ ਬਣਦੀ, ਹਾਂਜੀ, ਕਿਉਂਕਿ ਚਾਹ ਖੁਸ਼ਕ ਹੁੰਦੀ ਹੈ ਨਾ, ਉਹ ਫਿਰ ਉਹਨੂੰ ਐਂਟੀਡੋਟ ਕਰ ਦਿੰਦੀ ਆ। ਓਕੇ। ਹਾਂਜੀ, ਦੈਟਸ ਰਾਈਟ।
ਹਾਂਜੀ ਡਾਕਟਰ ਸਾਹਿਬ। ਸੋ ਆਪਾਂ ਕਿੱਥੇ ਪਹੁੰਚੇ ਸੀ ਭਾਈ? ਇੱਧਰ ਕਦੀ ਪਹੁੰਚੇ ਕਦੀ ਉੱਧਰ ਪਹੁੰਚ ਕੇ ਗੱਲ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਜੋ ਵੀ ਗੱਲ ਕਰੀਏ ਦੇਖੋ ਅਸੀਂ ਆਪਣੀ ਗੱਲ ਸਟਾਪ ਕਰਕੇ ਨਾ ਪਹਿਲਾਂ ਕਾਲ ਲਈਦਾ ਬਿਕੋਜ਼ ਜੋ ਵੀ ਸ਼ੋਅ ਹੈਗਾ ਤੁਹਾਡੇ ਕਰਕੇ ਹੋ ਰਿਹਾ ਔਰ ਇੱਦਾਂ ਨਾ ਹੋਵੇ ਕਿ ਤੁਸੀਂ ਕਹੋ ਕਿ ਤੁਸੀਂ ਸ਼ੋਅ ਕਰਦੇ ਸਾਡੀ ਗੱਲਬਾਤ ਨਹੀਂ ਹੁੰਦੀ। ਸ਼ੋਅ ਦੇ ਦਰਮਿਆਨ ਕਾਲ ਕਰਕੇ ਜਦੋਂ ਡਾਕਟਰ ਨਾਲ ਗੱਲ ਕਰੇ ਜਿੱਦਾਂ ਦੇ ਮਰਜ਼ੀ ਬਿਮਾਰ ਨਹੀਂ ਹੈ ਬੜੀ ਚੰਗੀ ਗੱਲ ਹੈ। ਐਟਲੀਸਟ ਪ੍ਰੋਗਰਾਮ ਦੇਖੋ ਤੁਹਾਨੂੰ ਪਤਾ ਲੱਗੇਗਾ ਲਾਈਫ ਸਟਾਈਲ ਵਗੈਰੇ ਕਿ ਖਾਣਾ ਪੀਣਾ ਆਪਣੀ ਡਾਇਟ ਕਿੱਦਾਂ ਕੰਟਰੋਲ ਕਰਨੀ ਹੈ। ਡਾਕਟਰ ਸਾਹਿਬ ਆਪਾਂ ਜ਼ਿਆਦਾ ਐਸਿਡ ਦੀ ਵੀ ਗੱਲ ਧਰਨ ਦੀ ਗੱਲ ਕਰਦੇ ਸੀ ਜ਼ਿਆਦਾ ਨਾ। ਹਾਂਜੀ ਦੈਟਸ ਰਾਈਟ ਯਾ। ਸੋ ਧਰਨ ਬਾਰੇ ਮੈਂ ਕਿਹਾ ਆਪਾਂ ਕਹਿ ਚੁੱਕੇ ਸੀ ਵੀ ਕਦੇ ਲੂਸ ਮੋਸ਼ਨਸ ਹੋ ਜਾਂਦੇ ਆ ਅਤੇ ਜਾਂ ਵੋਮਟਿੰਗ ਹੋ ਸਕਦੀ ਆ ਅਤੇ ਉਹਦੇ ਇਲਾਜ ਸੀਗਾ ਵੀ ਮਸਾਜ ਬੀਬੀਆਂ ਮਸਾਜ ਕਰਕੇ ਸੈੱਟ ਕਰ ਦਿੰਦੀਆਂ ਸੀ ਅਤੇ ਅਸੀਂ ਹੋਮਿਓਪੈਥਿਕ ਦਵਾਈ ਉੱਥੇ ਦੇ ਦੀ ਆ ਅਤੇ ਗੱਲ ਉਹੀ ਆ ਕਿ ਉਹ ਵੀ ਐਨਰਜੀ ਬੋਡੀ 'ਤੇ ਕੰਮ ਕਰਨੀ ਆ। ਹਾਂਜੀ ਉਹ ਵੀ ਅਤੇ ਬਾਕੀ ਹੋ ਜਾਂਦਾ ਪ੍ਰੋਬਲਮ ਕਈ ਸੀਲੀਅਕ ਡਿਜ਼ੀਜ਼ ਹੋ ਜਾਂਦੀ ਭਾਜੀ। ਸੀਲੀਅਕ ਡਿਜ਼ੀਜ਼ ਹੁੰਦੀ ਹੈ ਸਮੋਲ ਇੰਟੈਸਟਾਈਨ ਦੇ ਵਿੱਚ ਅਤੇ ਉੱਥੇ ਜਿਹੜਾ ਕਣਕ ਦੇ ਵਿੱਚ ਹੁੰਦਾ ਗਲੂਟਨ ਅਤੇ ਉਹ ਐਗਰਵੇਸ਼ਨ ਕਰਨ ਲੱਗ ਪੈਂਦਾ ਅਤੇ ਬੰਦਾ ਜਿੱਦਾਂ ਵੀ ਐਲਰਜੀ ਟਾਈਪ ਸਿੰਪਟਮ ਹੁੰਦਾ ਨਾ ਐਲਰਜਿਕ ਹੋ ਜਾਂਦਾ ਗਲੂਟਨ ਤੋਂ ਅਤੇ ਉੱਥੇ ਫਿਰ ਜਿਹੜੇ ਕੰਡੇ ਹੁੰਦੇ ਆ ਇੰਟੈਸਟਿਨ ਦੇ ਵਿੱਚ ਉਹ ਜਿਹੜੀ ਖੁਰਾਕ ਚੱਕਦੇ ਆ ਅਤੇ ਉਹ ਸੁੱਜ ਜਾਂਦੇ ਆ ਫਿਰ ਉਹ ਖੁਰਾਕ ਚੱਕ ਨਹੀਂ ਸਕਦੇ ਅਤੇ ਫਿਰ ਉਹਨਾਂ ਨੂੰ ਜਿਹੜੇ ਇਮੋਸ਼ਨਸ ਆਉਂਦੇ ਆ ਸੌਫਟ ਜਿਹੇ ਜ਼ਿਆਦਾ ਸੌਫਟ ਜਿਹੇ ਆਉਂਦੇ ਇਮੋਸ਼ਨਸ ਅਤੇ ਉਹਨਾਂ ਭਾਰ ਘਟਦਾ ਰਹਿੰਦਾ ਬੰਦੇ ਦਾ ਕਿਉਂਕਿ ਉਹ ਖੁਰਾਕ ਮਿਲਦੀ ਨਹੀਂ ਗੀ ਆਂਦਰਾਂ ਚੁੱਕ ਨਹੀਂ ਸਕਦੀਆਂ ਅਤੇ ਫਿਰ ਉਹ ਟੈਸਟ ਕਰਦੇ ਆ ਅਤੇ ਨਾਲੇ ਉੱਥੋਂ ਥੋੜ੍ਹਾ ਜਿਹਾ ਮਾਸ ਲੈਂਦੇ ਉਹਦੇ ਬਾਇਓਪਸੀ ਕਰਕੇ ਚੈੱਕ ਕਰਦੇ ਆ ਫਿਰ ਪਤਾ ਲੱਗਦਾ ਵੀ ਇਹਨਾਂ ਨੂੰ ਗਲੂਟਨ ਤੋਂ ਸੈਂਸਿਟਿਵਿਟੀ ਹੈਗੀ ਆ ਅਤੇ ਬਹੁਤ ਹੀ ਲੋਕਾਂ ਨੂੰ ਅੱਜ ਕੱਲ੍ਹ ਹੋ ਰਹੀ ਆ ਅਤੇ ਸੋ ਕਣਕ ਜਿਹੜੀ ਆ ਉਹ ਸਾਡੇ ਲਈ ਇੰਨੀ ਗੁੱਡ ਨਹੀਂ ਹੈਗੀ ਅੱਜ ਕੱਲ੍ਹ ਕਿ ਇੱਕ 1960s ਵਿੱਚ ਉਹਨੂੰ ਜਿਹੜੀ ਉਹਦੀ ਜੈਨੇਟਿਕ ਮੇਕਅਪ ਆ ਕਣਕ ਦੀ ਉਹਨੂੰ ਬਦਲਿਆ ਗਿਆ ਸੀ ਰੇਡੀਏਸ਼ਨ ਦੇ ਨਾਲ ਅਤੇ ਹੁਣ ਉਹ ਕਣਕ ਸਾਡੇ ਲਈ ਇੰਨੀ ਬਿਹਤਰ ਨਹੀਂ ਹੈਗੀ। ਸੋ ਸੀਲੀਅਕਸ ਇੱਦਾਂ ਵੀ ਉਹਨਾਂ ਲਈ ਹੁਣ ਕਾਫੀ ਕੁਛ ਬਣਦਾ ਗਲੂਟਨ ਫਰੀ ਚੀਜ਼ਾਂ ਮਿਲ ਜਾਂਦੀਆਂ ਅੱਜ ਕੱਲ੍ਹ ਸੁਪਰ ਮਾਰਕੀਟ 'ਚੋਂ ਅਤੇ ਉਹ ਫਿਰ ਆਪਣਾ ਟਾਈਮ ਪਾਸ ਇੱਦਾਂ ਕਰ ਸਕਦੇ ਆ ਗਲੂਟਨ ਫਰੀ ਫੂਡਸ ਦੇ ਨਾਲ ਅਤੇ ਪਰ ਗਲੂਟਨ ਖਾਸ ਹੁੰਦਾ ਆ ਕਣਕ ਦੇ ਵਿੱਚ ਜਾਂ ਰਾਈ ਵਿੱਚ ਜਾਂ ਬਾਰਲੀ ਵਿੱਚ ਅਤੇ ਉਹਦਾ ਫਿਰ ਪਰਹੇਜ਼ ਪੂਰਾ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਫਿਰ ਸੋਜ ਫਿਰ ਪੈ ਜਾਂਦੀ ਹੈ। ਹਾਂਜੀ ਸੋ ਇਹ ਵੀ ਕਹਿੰਦੇ ਵੀ ਕਈ ਵਾਰੀ ਇਮਿਊਨ ਸਿਸਟਮ ਜਿਹੜਾ ਆਊਟ ਆਫ ਸੋਰਟਸ ਹੋ ਜਾਂਦਾ ਹੈ ਅਤੇ ਐਗਜ਼ੈਕਟਲੀ ਨਹੀਂ ਕਿਸੇ ਨੂੰ ਵੀ ਪਤਾ ਹੈਗਾ ਪਰ ਜੇ ਖਾਂਦੇ ਪੀਂਦੇ ਨੂੰ ਜਿੱਦਾਂ ਨੈਚੁਰਲੀ ਨਾੜੀਆਂ ਵਗੈਰਾ ਠੀਕ ਹੁੰਦੀਆਂ ਸਿਹਤ ਠੀਕ ਹੁੰਦੀ ਹੈ ਜਵਾਨੀ ਹੁੰਦੀ ਹੈ ਡੇਅਰੀ ਪ੍ਰੋਡਕਟ ਲੋਕਾਂ ਨੂੰ ਐਂਡ ਦੇ ਵਿੱਚ ਆਣ ਕੇ ਕਿੰਨਾ ਨੂੰ ਸੂਟ ਨਹੀਂ ਕਰਦਾ ਬਿਲਕੁਲ ਵੀ ਉਹ ਕਿਉਂ ਫਰਕ ਪੈ ਜਾਂਦਾ? ਹਾਂਜੀ ਇੱਦਾਂ ਹੀ ਭਾਅ ਜੀ ਸਾਡੀ ਜਿਹੜੀ ਐਨਰਜੀ ਆ ਯੰਗ ਉਮਰ ਵਿੱਚ ਬੜੀ ਸਟਰੋਂਗ ਹੁੰਦੀ ਆ। ਹਾਂਜੀ ਸੋ ਜਿੱਦਾਂ ਉਮਰ ਸਾਡੀ ਵਧੀ ਜਾਂਦੀ ਹੈ ਉਹ ਐਨਰਜੀ ਸਾਡੀ ਘਟੀ ਜਾਂਦੀ ਹੈ। ਹਾਂਜੀ ਸੋ ਜਿੱਦਾਂ ਐਨਰਜੀ ਘਟੀ ਜਾਂਦੀ ਹੈ ਫਿਰ ਕੌਨਸਟੀਟਿਊਸ਼ਨ ਜਿਹੜੀ ਉਹ ਕਈ ਚੀਜ਼ਾਂ ਨਹੀਂ ਸਹਿੰਦੀ ਹੈਗੀ ਅਤੇ ਪਹਿਲਾਂ ਤੁਸੀਂ ਸਭ ਕੁਝ ਖਾ ਪੀ ਲੈਂਦੇ ਸੀਗੇ ਹੁਣ ਕਈ ਚੀਜ਼ਾਂ ਨਹੀਂ ਪਚਦੀਆਂ ਹੈਗੀਆਂ। ਸੋ ਨਾਲ ਦੀ ਨਾਲ ਤੁਹਾਨੂੰ ਆਪਣੇ ਡਾਇਟ ਥੋੜ੍ਹੀ ਜਿਹੀ ਬਦਲਣੀ ਪੈਂਦੀ ਆ ਜੇ ਨਹੀਂ ਬਦਲਦੇ ਹੈਗੇ ਫਿਰ ਤੁਸੀਂ ਸਫਰ ਕਰਦੇ ਆ ਜੀ। ਸੋ ਜਿੱਦਾਂ ਦੁੱਧ ਦੇ ਪ੍ਰੋਡਕਟਸ ਮਿਲਕ ਪ੍ਰੋਡਕਟਸ ਹੈਗੇ ਆ ਅਤੇ ਪਹਿਲਾਂ ਆਪਾਂ ਹਜਮ ਕਰ ਜਾਂਦੇ ਹਾਂ ਸਪੈਸ਼ਲੀ ਬੱਚਿਆਂ ਲਈ ਦੁੱਧ ਠੀਕ ਆ ਕਰਕੇ ਉਹਨਾਂ ਦੇ ਐਂਜ਼ਾਈਮਸ ਹੁੰਦੇ ਆ ਸਟਮਕ ਵਿੱਚ ਉਹ ਜਿਹੜੇ ਮਿਲਕ ਪ੍ਰੋਟੀਨ ਉਹਨੂੰ ਹਜਮ ਕਰ ਲੈਂਦੇ ਆ ਪਰ 5 ਸਾਲ ਦੀ ਉਮਰ ਤੋਂ ਬਾਅਦ ਉਹ ਐਂਜ਼ਾਈਮ ਬਣਨ ਤੋਂ ਹਟ ਜਾਂਦਾ ਬੋਡੀ ਵਿੱਚ। ਹਾਂਜੀ ਸੋ ਆਪਾਂ ਉਹ ਜਿਹੜਾ ਦੁੱਧ ਐਵੇਂ ਪੀਂਦੇ ਰਹਿੰਦੇ ਹਾਂ ਉਹ ਤਾਂ ਸਾਡੀ ਹੈਬਿਟ ਬਣੀ ਆ ਜ਼ਰੂਰ ਕੱਪ ਪੀਣਾ ਸ਼ਾਮ ਨੂੰ ਹੈ ਨਾ। ਕਈ ਬੰਦਿਆਂ ਨੂੰ ਆਦਤ ਹੈ ਕਹਿੰਦੇ ਮੈਨੂੰ ਨੀਂਦਰ ਨਹੀਂ ਆਉਂਦੀ ਜੇ ਦੁੱਧ ਨਾ ਪੀਓ। ਦੈਟਸ ਰਾਈਟ ਯਾ ਇਹ ਸਾਰਾ ਮਾਈਂਡ 'ਚ ਹੈ ਮਾਈਂਡ 'ਚ ਹੈ ਤਾਂ ਹੈਬਿਟ ਬਣੀ ਆ ਅਤੇ ਪਰ ਉਹ ਦੁੱਧ ਜਿਹੜਾ ਹੁਣ ਸਾਡੇ ਲਈ ਇੰਨਾ ਗੁੱਡ ਨਹੀਂ ਹੈਗਾ। ਹਾਂਜੀ ਕਿਉਂਕਿ ਆਪਾਂ ਇੱਕ ਹਿਊਮਨ ਸਪੀਸ਼ੀਜ਼ ਇਕੱਲੀ ਹੈ ਜਿਹੜਾ ਵੀ ਹੋਰ ਪਸ਼ੂ ਦਾ ਦੁੱਧ ਪੀਂਦੀ ਹੈ। ਹਾਂਜੀ ਕੋਈ ਹੋਰ ਪਸ਼ੂ ਨਹੀਂ ਇੱਦਾਂ ਨਹੀਂ ਕਰਦਾ। ਸੋ ਜਿਹੜੇ ਮਿਲਕ ਪ੍ਰੋਡਕਟਸ ਉਹ ਸਾਡੇ ਲਈ ਬਿਹਤਰ ਨਹੀਂ ਹੈਗੇ। ਬਹੁਤੇ ਲੋਕਾਂ ਨੂੰ ਰੇਸ਼ਾ ਕਰਦੇ ਆ ਅਤੇ ਅੰਦਰ ਜਾ ਕੇ ਸੋਜ ਵੀ ਪਾਉਂਦੇ ਆ ਅੰਦਰਾਂ ਵਿੱਚ। ਹਾਂਜੀ ਸੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਮਿਲਕ ਪ੍ਰੋਡਕਟਸ ਨਾ ਵਰਤੋ ਅਤੇ ਉਹਦੀ ਵਜ੍ਹਾ 'ਤੇ ਤੁਸੀਂ ਸਬਸਟੀਟਿਊਟ ਵਰਤ ਲਓ ਕਿਉਂਕਿ ਹੁਣ ਸਭ ਕੁਛ ਮਿਲਦਾ ਹੈ ਕੋਕੋਨਟ ਮਿਲਕ ਮਿਲਦਾ ਹੈ ਆਲਮੰਡ ਮਿਲਕ ਮਿਲਦਾ ਹੈ ਸੋਇਆ ਮਿਲਕ। ਹਾਂਜੀ ਅਤੇ ਉਹਨਾਂ ਦੇ ਦਹੀਂ ਵੀ ਬਣਾਏ ਮਿਲ ਜਾਂਦੇ ਅੱਜ ਕੱਲ੍ਹ। ਸੋ ਬਹੁਤ ਕੁਛ ਅਲਟਰਨੇਟਿਵਸ ਹੈਗੇ ਜਿਹੜੇ ਆਪਾਂ ਵਰਤ ਸਕਦੇ ਅਤੇ ਬਾਕੀ ਹੈਗੀ ਆ ਗੱਲ ਐਸੀਡਿਟੀ ਦੀ। ਹਾਂਜੀ ਸੋ ਜੇ ਤੁਸੀਂ ਦੇਖੋ ਵੀ ਕਈ ਜਿਹੜੀ ਮਿੱਟੀ ਆ ਸੋਇਲ ਆ ਉਹ ਕਿਸੇ 'ਚ ਕੋਈ ਬੂਟਾ ਉੱਗਦਾ ਕਿਸੇ 'ਚ ਕੋਈ ਬੂਟਾ ਉੱਗਦਾ। ਹਾਂਜੀ ਕੋਈ ਐਲਕਲਾਈਨ ਸੋਲਟ ਹੁੰਦੀ ਕੋਈ ਐਸਿਡਿਕ ਸੋਲਟ ਹੁੰਦੀ ਕਈ ਹੁੰਦੀ ਉਹ 'ਚ ਬਜਰੀ ਜਿਹੀ ਹੁੰਦੀ ਹੈ ਜ਼ਮੀਨ ਵਿੱਚ। ਹਾਂਜੀ ਸੋ ਉਹ ਸੋਇਲ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ। ਇਸੇ ਤਰ੍ਹਾਂ ਜਿਹੜੀਆਂ ਸਾਡੀ ਬੋਡੀ ਆ ਆਂਦਰਾਂ ਆ ਉਹ ਇੱਕ ਤਰ੍ਹਾਂ ਦੀ ਸੋਇਲ ਆ। ਹਾਂਜੀ ਅਤੇ ਜੇ ਤੁਸੀਂ ਉਹ ਐਸਿਡਿਕ ਬਣਾਈ ਜਾਓ ਉਹਨੂੰ ਜੇ ਐਸਿਡਿਕ ਜਾਣੀ ਕਿ ਕਣਕ ਜ਼ਿਆਦਾ ਖਾਈ ਜਾਓ ਦੁੱਧ ਜ਼ਿਆਦਾ ਪੀ ਜਾਓ ਮੀਟ ਜ਼ਿਆਦਾ ਖਾਈ ਜਾਓ ਹਾਂਜੀ ਸ਼ੂਗਰ ਜ਼ਿਆਦਾ ਖਾਈ ਜਾਓ ਉਹ ਐਸਿਡਿਕ ਐਨਵਾਇਰਨਮੈਂਟ ਬਣ ਜਾਂਦੀ ਹੈ। ਉੱਥੇ ਫਿਰ ਜਿਹੜੀ ਉਹ ਬੈਡ ਬੈਕਟੀਰੀਆ ਜ਼ਿਆਦਾ ਪੈਦਾ ਹੋ ਸਕਦੀ ਹੈ।
ਹਾਂਜੀ, ਕਿਉਂਕਿ ਉਹਦੇ ਲਈ ਉਹ ਸੋਇਲ ਉੱਦਾਂ ਦੀ ਬਣ ਜਾਂਦੀ ਬੈਕਟੀਰੀਆ ਲਈ, ਉੱਤੇ ਉਸ ਚੀਜ਼ਾਂ 'ਤੇ ਉਹ ਫੀਡ ਜ਼ਿਆਦਾ ਕਰਦੀ ਹੈ। ਜੇ ਤੁਸੀਂ ਇੱਦਾਂ ਦੀ ਐਸਿਡਿਕ ਚੀਜ਼ਾਂ ਘਟਾ ਦਿਓ ਤਾਂ ਉਹ ਬੈਡ ਬੈਕਟੀਰੀਆ ਜਿਹੜੀ ਆ ਉਹ ਨਹੀਂ ਉੱਥੇ ਪ੍ਰਫੁੱਲਿਤ ਹੁੰਦੀ। ਹਾਂਜੀ, ਸੋ ਦ ਸੋਇਲ ਇਜ਼ ਵੈਰੀ ਇੰਪੋਰਟੈਂਟ। ਪਰ ਜੀ ਇਹ ਬੋਡੀ ਦਾ ਬੰਦੇ ਨੂੰ ਛੁੱਟੀ ਚਾਹੀਦੀ ਹੈ ਕਿ ਆਪਣੀ ਬੋਡੀ ਦਾ ਖਿਆਲ ਰੱਖ ਸਕੇ। ਮੈਨੂੰ ਲੱਗਦਾ ਇਸੇ ਕਰਕੇ ਸ਼ਾਇਦ ਵੀਕਐਂਡ ਦਿੱਤਾ ਜਾਂਦਾ ਤੁਹਾਨੂੰ ਕਿ ਤੁਹਾਡਾ ਸਟ੍ਰੈਸ ਘੱਟ ਹੋ ਜਾਵੇ, ਤੁਹਾਡੀ ਲਾਈਫ ਸਟਾਈਲ ਠੀਕ ਹੋ ਜਾਵੇ। ਯੂ ਨੋ ਇੱਕ ਬਹੁਤ ਜ਼ਰੂਰੀ ਚੀਜ਼ ਆ ਡਾਕਟਰ ਸਾਹਿਬ, ਜੋ ਤੁਸੀਂ ਗੱਲਾਂ ਕਰਦੇ ਹੋ ਕਿ ਤੁਹਾਡੀ ਜਿਹੜੀ ਡਾਈਟ ਹੈ ਬੜੀ ਬੈਲੈਂਸ ਹੋਣੀ ਚਾਹੀਦੀ ਹੈ। ਬਿਲਕੁਲ। ਉਹ ਜਦੋਂ ਕਰੋਨਾ ਹੋਇਆ ਸੀ ਲੋਕਾਂ ਨੇ ਕਿਹਾ ਸੀ ਤੁਸੀਂ ਆ ਖਾਓ ਜਿੱਦਾਂ ਗਰਮ ਚੀਜ਼ਾਂ ਖਾ ਕੇ, ਉਹ ਲੋਕਾਂ ਲਈ ਕਿੰਨਾ ਨੁਕਸਾਨ ਹੋਇਆ ਉਹਦੇ ਨਾਲ। ਬਹੁਤ ਲੋਕਾਂ ਨੂੰ ਨੁਕਸਾਨ ਕਿੰਨਾ ਨੁਕਸਾਨ ਹੋਇਆ ਉਹਦਾ। ਲੋਟ ਆਫ ਪੀਪਲ ਉਹ ਅਦਰਕ ਜ਼ਿਆਦਾ ਖਾਈ ਗਏ, ਲਸਣ ਜ਼ਿਆਦਾ ਖਾਈ ਗਏ, ਉਹਨਾਂ ਨੂੰ ਗਰਮੀ ਹੋ ਗਈ, ਕਿਸੇ ਨੂੰ ਪੈਲਪੀਟੇਸ਼ਨ ਹੋਣ ਲੱਗ ਪਏ ਹਾਰਟ ਦੇ। ਹਾਂਜੀ, ਕਈਆਂ ਦਾ ਡਾਈਜੈਸਟਿਵ ਸਿਸਟਮ ਖਰਾਬ ਹੋ ਗਏ ਤੇ ਬਹੁਤ ਹੀ ਨੁਕਸਾਨ ਪਹੁੰਚਿਆ ਲੋਕਾਂ ਨੂੰ। ਜਿਹੜੀ ਵੀ ਚੀਜ਼ ਹੈ ਨਾ, ਮੈਂ ਹਮੇਸ਼ਾ ਕਹਿੰਦਾ ਨਾ ਲਿਮਿਟ 'ਚ ਖਾਣੀ ਚਾਹੀਦੀ ਕੋਈ ਵੀ ਚੀਜ਼। ਜੇ ਤੂੰ ਇੱਕ ਗੋਲੀ ਕਿਹਾ ਤੁਸੀਂ ਗੋਲੀ ਖਾਣੀ ਚਾਹੀਦੀ, ਇੱਦਾਂ ਨਹੀਂ ਕਿ ਤੁਸੀਂ 2 ਖਾ ਲਈਆਂ ਤੇ ਤੁਹਾਨੂੰ ਛੇਤੀ ਆਰਾਮ ਆ ਜਾਏਗਾ। ਇਹ ਤਾਂ ਮੈਂ ਹਮੇਸ਼ਾ ਗੱਲ ਕਰਦਾ ਡਾਕਟਰ ਸਾਹਿਬ। ਜਿੱਦਾਂ ਤੁਸੀਂ ਕਹਿੰਦੇ ਸੀ ਅੱਜ ਸਵੇਰੇ ਨਹੀਂ ਖਾਧੀ, ਸ਼ਾਮ ਨੂੰ 2 ਖਾ ਲਾਂਗੇ ਨਾ। ਹਾਂਜੀ, ਇੱਦਾਂ ਗੱਲ ਨਹੀਂ ਬਣਦੀ। ਭਾਜੀ ਬਹੁਤ ਲੋਕ ਇੱਦਾਂ ਕਰਦੇ ਨੇ, ਉਹ ਤੇਰੀ ਮੈਂ ਸੁਬਾਹ ਗੋਲੀ ਭੁੱਲ ਗਿਆ, ਚੱਲ ਮੈਂ ਸ਼ਾਮੀ 2 ਖਾ ਲਾਂਗਾ। ਨਹੀਂ, ਇਹ ਗਲਤ ਹੈ, ਗਲਤ ਹੈ। ਉਹ ਤੁਹਾਡਾ ਓਵਰਡੋਸ ਹੋ ਸਕਦਾ ਇੱਦਾਂ, ਕਿਉਂਕਿ ਟਾਈਮ ਹੁੰਦਾ ਮੈਡੀਸਨ ਦਾ, ਕਿੱਦਾਂ ਖਾਣੀ, ਕਿਉਂ ਖਾਣੀ, ਕਿਹੜੇ ਟਾਈਮ 'ਤੇ ਖਾਣੀ, ਉਹਦਾ ਹਰ ਚੀਜ਼ਾਂ ਹੁੰਦੀਆਂ ਨੇ, ਜ਼ਰਾ ਖਿਆਲ ਰੱਖਣਾ ਪੈਂਦਾ। ਅਗਰ ਅਸੀਂ ਇੱਦਾਂ ਦੀ ਚੀਜ਼ਾਂ ਹਾਲੇ ਤਾਂ ਲੋਕਾਂ ਨੂੰ ਕੋਈ ਪਾਸਪੋਰਟ ਭੁੱਲ ਜਾਣ, ਕੁਛ ਹੋਰ ਭੁੱਲ ਜਾਣ, ਲੇਕਿਨ ਜਿਹੜੀ ਉਹ ਦਵਾ ਦੀ ਪੰਡ ਹੁੰਦੀ ਉਹ ਨਹੀਂ ਭੁੱਲਦੇ ਕਦੇ ਵੀ, ਉਹ ਨਾਲ ਲੈ ਕੇ ਜਾਂਦੇ ਨੇ ਹਮੇਸ਼ਾ। ਦੈਟਸ ਰਾਈਟ। ਇਟਸ ਵੈਰੀ ਸੈਡ ਬਟ ਦਿਸ ਇਜ਼ ਵਾਟ ਦ ਲਾਈਫ ਇਜ਼ ਨਾਓ। ਹਾਂ, ਇਟ ਇਜ਼ ਵੈਰੀ ਸੈਡ। ਸੋ ਆਪਣੇ ਆਪ ਨੂੰ ਤੁਸੀਂ ਕੇਅਰਫੁਲ ਹੋ ਕੇ ਰੱਖੋ, ਹੈ ਨਾ। ਸਹੀ ਖੁਰਾਕ ਖਾਓ, ਜ਼ਿਆਦਾ ਨਾ ਖਾਓ ਤੇ ਆਪਣਾ ਲਾਈਫ ਸੋਹਣਾ ਲੰਘਾਓ। ਹਾਂਜੀ, ਬਿਲਕੁਲ। ਸ਼ੋ ਜਿਹੜਾ ਜ਼ਿਆਦਾ ਲਾਈਫ ਸਟਾਈਲ, ਹੈਲਥ ਸਟਾਈਲ ਤੁਹਾਨੂੰ ਦੱਸਦਾ, ਡਾਈਟ ਵਗੈਰਾ ਦੱਸਦੇ ਨੇ, ਬਹੁਤ ਇੰਟਰਸਟਿੰਗ ਹੁੰਦਾ। ਓਨੈਸਟਲੀ ਮੈਂ ਹਮੇਸ਼ਾ ਪਹਿਲਾਂ ਵੀ ਕਹਿ ਕੇ ਹਟਿਆ, ਹਮੇਸ਼ਾ ਕਹਿੰਦਾ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਬਿਮਾਰ ਹੋਣਾ ਤਾਂ ਤੁਸੀਂ ਸ਼ੋਅ ਦੇਖਣਾ। ਉਹਦੇ ਦਾ ਭਾਈ ਸਾਹਿਬ ਦਾ ਫੋਨ ਆਇਆ ਸੀ, ਬੜੀ ਤਾਰੀਫ ਕਰ ਰਹੇ ਸੀ ਕਾਲ ਚੈਨਲ ਦੀ। ਪਰ ਜੀ ਸਾਡਾ ਫਰਜ਼ ਇਹ ਹੁੰਦਾ ਕਿ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਈਏ। ਤਰ੍ਹਾਂ ਦੇ ਸ਼ੋਅ ਹੁੰਦੇ ਨੇ, ਜਿੰਨੇ ਵੀ ਜਦੋਂ ਵੀ ਕਾਲ ਚੈਨਲ ਲੋੜ ਪਈ ਸਾਡੇ ਨਾਲ ਮੋਢਾ ਲਾ ਕੇ ਮੋਢਾ ਖੜੇ ਹੋਈ ਸੰਗਤ ਸਾਡੇ ਨਾਲ, ਅਤੇ ਅਸੀਂ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਕੋਈ ਜਿੱਦਾਂ ਤੁਸੀਂ ਆਪਣਾ ਹੈਲਥ ਦਾ ਕਰ ਲਓ, ਤੁਸੀਂ ਆਪਣਾ ਇਮੀਗ੍ਰੇਸ਼ਨ ਦਾ ਸ਼ੋਅ ਦਾ ਕਰ ਲਓ, ਵਿਲਸ ਐਂਡ ਪਰਮਿਟ ਦਾ ਕਰਦੇ, ਹਰ ਤਰ੍ਹਾਂ ਦੀ ਤਰ੍ਹਾਂ। ਫਿਰ ਆਪਣੇ ਧਾਰਮਿਕ ਪ੍ਰੋਗਰਾਮ ਆਉਂਦੇ ਨੇ ਸੁਬਾਹ ਸ਼ਾਮ ਨੂੰ। ਹੁਣ ਤੁਸੀਂ ਦੇਖੋ ਹਰ ਵਰਲਡ ਦੀ ਕਵਰੇਜ ਕਾਲ ਚੈਨਲ ਕਰਦੀ ਹੈਗੀ ਹੈ। ਛੋਟਾ ਚੈਨਲ ਹੈ ਲੇਕਿਨ ਬੜੇ ਵੱਡਾ ਕੰਮ ਕਰਦੇ ਨੇ, ਬਹੁਤ ਵਧੀਆ ਕੰਮ ਕਰ ਰਹੇ ਜੀ। ਦੈਟਸ ਰਾਈਟ। ਸਾਰੀ ਦੁਨੀਆ ਅਪਰੀਸ਼ੀਏਟ ਕਰਦੀ ਆ। ਬਿਲਕੁਲ। ਜਿੰਨੇ ਤੁਸੀਂ ਨੌਲੇਜ ਦਿੰਦੇ ਆ ਤੇ ਤੁਸੀਂ ਜਿਹੜੇ ਹੁਣ ਖਾਸ ਇਵੈਂਟਸ ਹੋ ਰਹੇ ਆ ਦੁਨੀਆ ਵਿੱਚ, ਤੁਸੀਂ ਉਹਨਾਂ ਦੀ ਕਵਰ ਕਰਦੇ ਆ ਤੇ ਸਾਰੀ ਦੁਨੀਆ ਬਹੁਤ ਹੀ ਅਪਰੀਸ਼ੀਏਟ ਕਰਦੀ ਹੈ। ਭਾਜੀ ਬੜੀ ਸਟਰੋਂਗ ਟੀਮ ਹੈ। ਰੱਬ ਨੇ ਵੀ ਜਿਹੜੀ ਹੁਣ ਸੇਵਾ ਹੁੰਦੀ ਹੈ ਭਾਜੀ, ਤੁਸੀਂ ਜੇ ਘਰੋਂ ਨਿਕਲੋ ਕਿ ਮੈਂ ਸੇਵਾ ਕਰਨੀ, ਇੱਦਾਂ ਨਹੀਂ ਹੁੰਦੀ। ਇਹ ਰੱਬ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ। ਹਾਂਜੀ, ਬਿਲਕੁਲ। ਉਹਦੇ ਨਾਲ ਹੀ ਸਭ ਕੁਛ, ਉਹਦਾ ਹੱਥ ਉੱਤੇ ਹੋਵੇ ਤਾਂ ਸਿਰ ਤੇ ਤਾਂ ਸਭ ਕੁਛ ਹੋ ਜਾਂਦਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਬਹੁਤ ਅੱਛਾ ਪ੍ਰੋਗਰਾਮ ਸੀਗਾ। ਤੁਸੀਂ ਡਾਇਗਰਾਮ ਦੇ ਨਾਲ ਦਿਖਾਉਂਦੇ ਹੋ ਨਾ ਤੇ ਉਹਦੇ ਨਾਲ ਬੜੀ ਸਮਝ ਪੈਂਦੀ ਹੈ, ਮੇਰੇ ਵਰਗੇ ਵੀ ਸਮਝ ਪੈ ਜਾਂਦੀ ਹੈ ਨਾ। ਬਹੁਤ ਅੱਖਾਂ ਖੁੱਲਦੀਆਂ ਬੰਦਾ ਦੇਖ ਕੇ ਨਾ ਕਿ ਯਾਰ ਇੱਦਾਂ ਹੈਗਾ ਕਿ ਰੱਬ ਨੇ ਕੀ ਕੁਦਰਤ ਕੀ ਕੀਤਾ ਹੋਇਆ ਰੱਬ ਨੇ ਇਨਸਾਨ ਦੇ ਵਿੱਚ। ਗੱਲਾਂ ਨਾ ਤੁਸੀਂ ਜਿੰਨੇ ਮਰਜ਼ੀ ਕਰੀ ਜਾਓ, ਪਰ ਜਦ ਤੁਸੀਂ ਡਾਇਗਰਾਮ ਨਹੀਂ ਦੇਖਦੇ ਉੱਤੇ ਪੂਰੀ ਸਮਝ ਨਹੀਂ ਆਉਂਦੀ। ਬਿਲਕੁਲ। ਅਸੀਂ ਸਭ ਦੁਨੀਆ ਐਕਸਪਲੋਰ ਕਰ ਲਈ ਲੇਕਿਨ ਸਾਡੇ ਅੰਦਰ ਕੀ ਸਾਨੂੰ ਉਹਦਾ ਨਹੀਂ ਪਤਾ। ਉਹਦਾ ਪਤਾ ਨਹੀਂ ਕਰਦਾ, ਜਿਹਦੇ ਨਾਲ ਤੁਸੀਂ ਰੋਜ਼ ਹੀ ਰਹਿੰਦੇ ਹੋ। ਹਾਂਜੀ ਹੈ ਜਿੰਨੀ ਦੇਰ ਹੈਗਾ ਇਹਨੂੰ ਸਾਥ ਦੇਵੋ, ਦੋਸਤੀ ਰੱਖੋ। ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਏਗੀ। ਤੁਸੀਂ ਆਪਣਾ ਖਿਆਲ ਰੱਖਿਓ, ਅਸੀਂ ਆਪਣਾ ਰੱਖਾਂਗੇ, ਰੱਬ ਸਾਰਿਆਂ ਦਾ ਰੱਖੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।